ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਮਤ ਪਰਗਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਧਰਮ ਕੇ ਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੂ ਪਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਾਮੈ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਣ ਕੈ ਸਰੀਕਨ ਲਗੀ ਹੈ ਮਨ ਨੀਕਨਾ, ਅਰੂਡੀ ਨਿਜ ਮੰਦਰ ਪੈ ਸੁੰਦਰ ਨਿਹਾਰਿਓ। ਸੂਰਜ ਕੀ ਜੋਤ ਸੰਗ ਏਕ ਰੰਗ ਹੋਏ ਰਹਿਓ, ਜਰੀਜ ਅੰਗ ਅੰਗ ਮੈਂ ਨ ਜਰੀ ਜਾਏ ਜਾਰਿਓ। ਝਲ ਮਲ ਝਲ ਕਤ ਆਗ ਸਮ ਲਾਗਿਓ ਨੈਣਾ, ਬੈਣ ਹੂੰ ਨ ਬੋਲ ਸਕੈ ਮਨ ਉਰ ਫਾਰਿਓ। ਹੋਈ ਬਿਸੰਭਾਰ ਲੀਨ ਦਾਸੀ ਕੇ ਉਤਾਰ ਤਬ, ਧਾਰਤ ਉਦਾਸੀ ਮਨ ਮਾਨੋ ਕਿਤ ਹਾਰਿਓ। ਸੁਣ ਕੈ ਸਰੀਕਣ ਲਗੀ ਹੈ ਮਨ ਨੀਕਨਾ, ਅਰੂਡੀ ਨਿਜ ਮੰਦਰ ਪੈ ਸੁੰਦਰ ਨਿਹਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵਡਭਾਗੇ ਹੋ ਆਪ ਜੀ। ਸਤਿਗੁਰਾਂ ਦੀ ਕਿਰਪਾ ਦੁਆਰਾ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ 6 ਤਰੀਕ ਨੂੰ ਆ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਸਤਿਗੁਰਾਂ ਦੇ ਇਸ ਪਾਵਨ ਅਸਥਾਨ 'ਤੇ
ਜਿੱਥੇ ਬੈਠ ਕੇ ਸਤਿਗੁਰੂ ਵਿਵੇਕ ਦੀਆਂ ਗੱਲਾਂ ਕਰਦੇ ਰਹੇ, ਸਿੱਖਾਂ ਨੂੰ ਵਿਵੇਕੀ ਬਣਾਉਂਦੇ ਰਹੇ, ਉਸ ਪਾਵਨ ਅਸਥਾਨ ਤੇ ਸਤਿਗੁਰਾਂ ਦੇ ਜੀਵਨ ਦੀ ਜੋ ਵਿਚਾਰ ਹੈ, ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਜੋ ਲਿਖਿਆ ਹੈ ਸਤਿਗੁਰਾਂ ਦੇ ਬਾਰੇ, ਕੱਲ ਵਿਚਾਰ ਆਰੰਭ ਹੋਈ ਹੈ। ਸਤਿਕਾਰਯੋਗ ਸਿੰਘ ਸਾਹਿਬ ਜੀ ਗਿਆਨੀ ਬਲਵਿੰਦਰ ਸਿੰਘ ਆਪ ਜੀ ਨੂੰ ਵਿਚਾਰਾਂ ਸਰਵਨ ਕਰਾ ਕੇ ਗਏ ਨੇ। ਪ੍ਰਸੰਗ ਆਪ ਜੀ ਨੇ ਇੱਥੋਂ ਤੱਕ ਸਰਵਨ ਕੀਤਾ ਕਿ ਕਿਵੇਂ ਸਿੱਖ ਸਰੋਤਿਆਂ ਨੇ ਬਾਬਾ ਰਾਮ ਕੋਇਰ ਜੀ, ਜਿਹੜੇ ਬਾਬਾ ਬੁੱਢਾ ਜੀ ਦੇ ਖਾਨਦਾਨ ਦੇ ਵਿੱਚੋਂ ਹਨ, ਉਹਨਾਂ ਨੂੰ ਬੇਨਤੀ ਕੀਤੀ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਦਾ ਸਾਨੂੰ ਜੀਵਨ ਇਤਿਹਾਸ ਸੁਣਾਓ। ਗੁਰਮੁਖ ਪਿਆਰੇ, ਆਪ ਜੀ ਦੀ ਤਰ੍ਹਾਂ ਸੰਗਤੀ ਰੂਪ ਵਿੱਚ ਭਾਈ ਸਾਹਿਬ ਜੀ ਦੇ ਚਾਰ ਚਫੇਰੇ ਬੈਠ ਕੇ ਜਿਵੇਂ ਇਤਿਹਾਸ ਸੁਣਦੇ ਨੇ ਤੇ ਭਾਈ ਸਾਹਿਬ ਜੀ ਆਪਣੀ ਰਸਨਾ ਤੋਂ ਸੁਣਾਉਂਦੇ ਨੇ, ਕਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਆਗਮਨ ਦੀ ਗੱਲ ਆਰੰਭ ਹੋਈ ਤੇ ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਸੱਕੇ ਭਰਾ, ਬੇਨਤੀ ਸ਼ਰੀਕ ਤੇ ਸ਼ਰੀਕਾ, ਇਹ ਦੋ ਸ਼ਬਦ ਸਾਡੇ ਵਿੱਚ ਆਮ ਵਰਤੇ ਜਾਂਦੇ ਨੇ। ਇਹ ਮੇਰਾ ਸ਼ਰੀਕ ਹੈ ਜੀ, ਇਹ ਸਾਡਾ ਸ਼ਰੀਕਾ ਹੈ। ਹੁਣ ਸ਼ਰੀਕ ਕੌਣ ਹੈ? ਜਿਹੜਾ ਬਰਾਬਰ ਦਾ ਹੱਕ ਲੈਣ ਵਾਲਾ ਨਾਲ ਹੋਵੇ। ਵੇਖੋ, ਇੱਕ ਭਰਾ ਬਹੁਤ ਵੱਡਾ ਹੈ, ਇੱਕ ਭਰਾ ਬਹੁਤ ਛੋਟਾ ਹੈ। ਇੱਕ ਨੇ ਬੜੀ ਲੰਬੀ ਮਿਹਨਤ ਕੀਤੀ ਹੈ, ਇੱਕ ਨੇ ਮਿਹਨਤ ਨਹੀਂ ਕੀਤੀ, ਪਰ ਬਰਾਬਰ ਦਾ ਹੱਕਦਾਰ ਬਣਦਾ ਹੈ ਭਰਾ ਦੇ ਨਾਲ ਭਰਾ। ਭਰਾਵਾਂ ਵਰਗਾ ਪਿਆਰ ਵੀ ਨਹੀਂ ਤੇ ਜਦੋਂ ਸ਼ਰੀਕਾਬਾਜ਼ੀ ਆ ਜਾਵੇ, ਸ਼ਰੀਕ ਬਣ ਕੇ ਆਪਣੇ ਜੀਵਨ ਦੇ ਅੰਦਰ ਵਿਚਰਨ ਤੇ ਫਿਰ ਦੁਸ਼ਮਣੀ ਵੀ ਜਿਹੜੀ ਪੈ ਜਾਂਦੀ ਹੈ, ਇਸ ਵਜਗਰੀ ਦੁਸ਼ਮਣੀ ਵੀ ਕੋਈ ਨਹੀਂ। ਫਿਰ ਧਿਆਨ ਦੇਵਿਓ, ਬਾਬਾ ਪ੍ਰਿਥੀ ਚੰਦ ਜੀ ਵੱਡੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਛੋਟੇ ਨੇ, ਪਰ ਗੁਣਾਂ ਕਰਕੇ ਜਿਹੜੀ ਗੁਰੂ ਨਾਨਕ ਦੇ ਘਰ ਦੇ ਅੰਦਰ ਤਖਤ ਰਾਜਾ ਸੋਭ ਹੈ, ਜੇ ਤਖਤੇ ਲਾਇਕ ਹੋਏ ਵਾਲੀ ਗੱਲ ਹੈ। ਜਾਂ ਜਿਸ ਘਰ ਵਿਰਤੀ ਸੋਈ ਜਾਣੇ, ਗੁਰੂ ਨਾਨਕ ਪੂਛ ਕਰੋ ਨਿਸਤਾਰਾ, ਆਦ ਜੁਗਾਦ ਵਖੀਲੀ ਕਿਨੇ ਨਾ ਪਾਇਓ, ਹਰ ਸੇਵਕ ਪਾਏ ਨਿਸਤਾਰਾ। ਸਤਿਗੁਰਾਂ ਉੱਤੇ ਕਿਰਪਾ ਹੋ ਗਈ। ਬਾਬਾ ਪ੍ਰਿਥੀ ਚੰਦ ਜੀ ਈਰਖਾ ਕਰਨ ਲੱਗ ਪਏ। ਬੇਸ਼ੱਕ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜਿੰਦੇ ਜੀ, ਇਹਨਾਂ ਨੇ ਈਰਖਾ ਆਰੰਭ ਕਰ ਦਿੱਤੀ। ਸਤਿਗੁਰੂ ਆਖਰੀ ਸਮੇਂ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਵੀ ਚਲੇ ਗਏ। ਪਰ ਮੈਂ ਬੇਨਤੀ ਕਰਾਂ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੋਂ ਵਾਪਸ ਆਏ, ਬੜਾ ਕੁਝ ਬਾਬਾ ਪ੍ਰਿਥੀ ਚੰਦ ਨੇ ਆਪਣੇ ਜੀਵਨ ਦੇ ਅੰਦਰ ਕੀਤਾ, ਜਿਸ ਵਿੱਚ ਆਪਾਂ ਇਤਿਹਾਸ ਵਿੱਚ ਬੜੀਆਂ ਕਥਾਵਾਂ ਪੜ੍ਹਦੇ ਹਾਂ। ਪਰ ਅੱਜ ਸਾਧ ਸੰਗਤ ਚੁਮਾਸੇ ਦਾ ਸਮਾਂ ਲੰਘ ਗਿਆ। ਸਤਿਗੁਰੂ ਦੇ ਮਹਿਲ ਮਾਤਾ ਗੰਗਾ ਜੀ ਨੇ ਦਾਸੀਆਂ ਨੂੰ ਨਾਲ ਲੈ ਕੇ ਜਿਹੜੇ ਬਸਤਰ ਸੰਗਤਾਂ ਵੱਲੋਂ ਦਿੱਤੇ ਹੋਏ ਸੀ,
ਧੁੱਪ ਲਵਾਉਣ ਵਾਸਤੇ। ਅੱਜ ਕਿਉਂਕਿ ਬਹੁਤ ਸਾਰੇ ਸਾਧਨ ਐਸੇ ਆ ਗਏ ਨੇ, ਅੱਜ ਕੱਪੜੇ ਸੁੱਕਣੇ ਨਹੀਂ ਪਾਣੇ ਪੈਂਦੇ। ਪਰ ਜਦੋਂ ਆਪਾਂ ਥੋੜ੍ਹਾ ਜਿਹਾ ਪੁਰਾਤਨ ਵੇਖੀਏ, ਬਜ਼ੁਰਗ ਮਾਵਾਂ ਬੈਠੀਆਂ ਹੋਈਆਂ ਨੇ, ਇਹਨਾਂ ਨੂੰ ਪਤਾ ਹੈ ਕਿ ਚੁਮਾਸਾ ਲੰਘਦਾ ਸੀ, ਕੱਪੜਿਆਂ ਵਿੱਚੋਂ ਬਦਬੂ ਨਾ ਆਵੇ, ਕੀੜਾ ਨਾ ਲੱਗ ਜਾਵੇ, ਉਹਨਾਂ ਨੂੰ ਧੁੱਪ ਜ਼ਰੂਰ ਲਵਾਦੀਆ ਸੀ। ਅਤੇ ਸਾਧ ਸੰਗਤ ਐਸਾ ਕੁਝ ਹੀ ਮਾਤਾ ਜੀ ਨੇ ਕੀਤਾ। ਪਰ ਇਹ ਜਦੋਂ ਸਾਰਾ ਕੁਝ ਵੇਖਿਆ ਹੈ ਪ੍ਰਿਥੀ ਚੰਦ ਦੀ ਨੌਕਰਾਨੀ ਨੇ, ਦਾਸੀ ਨੇ, ਕਿਉਂਕਿ ਘਰ ਤਾਂ ਇੱਕੋ ਹੀ ਗੁਰੂ ਕੇ ਮਹਿਲ ਆਪਾਂ ਜਾਣਦੇ ਹਾਂ, ਜਿੱਥੇ ਸਾਰਾ ਪਰਿਵਾਰ ਰਹਿੰਦਾ ਸੀ। ਘਰ ਤਾਂ ਇੱਕੋ ਹੈ, ਕਮਰੇ ਅੱਡ ਅੱਡ ਨੇ, ਪਰ ਜਦੋਂ ਆ ਕੇ ਕਰਮੋਂ ਨੂੰ ਦੱਸਿਆ, ਜਿਹੜੀ ਪ੍ਰਿਥੀ ਚੰਦ ਦੇ ਘਰ ਵਾਲੀ ਹੈ, ਕਿ ਉੱਪਰ ਜਾ ਕੇ ਦੇਖ, ਤੇਰੀ ਦਰਾਨੀ ਦੇ ਕੋਲ ਕਿੰਨੇ ਕੀਮਤੀ ਕੱਪੜੇ ਹਨ, ਕਿੰਨਾ ਸੁੰਦਰ ਸਮਾਨ ਹੈ, ਜਿਹੋ ਜਿਹਾ ਸਮਾਨ ਮੈਂ ਉੱਪਰ ਵੇਖ ਕੇ ਆਈ ਹਾਂ, ਰਾਜਿਆਂ ਮਹਾਰਾਜਿਆਂ ਦੇ ਘਰ ਵਿੱਚ ਵੀ ਨਹੀਂ ਹੁੰਦਾ। ਲਓ, ਜਿਵੇਂ ਉਹਨੇ ਆ ਕੇ ਕਰਮੋਂ ਨੂੰ ਦੱਸਿਆ, ਤੇ ਕਰਮੋਂ ਜਿਹੜੀ ਹੈ ਇਹ ਦਾਸੀ ਨੂੰ ਲੈ ਕੇ ਜਿਵੇਂ ਕੋਠੇ ਦੇ ਉੱਪਰ ਗਈ, ਤੇ ਜਾ ਕੇ ਜਦੋਂ ਸਭ ਕੁਝ ਵੇਖਿਆ, ਤੇ ਵੇਖਦਿਆਂ ਸਾਰ ਜਿਹੜੀ ਹਾਲਤ ਬਣੀ, ਅੱਗੇ ਜਿਵੇਂ ਪ੍ਰਸੰਗ ਹੋਇਆ, ਕਵੀ ਜੀ ਨੇ ਆਪਣੀ ਖੋਜ ਦੇ ਮੁਤਾਬਕ ਜਿਵੇਂ ਵਰਣਨ ਕੀਤਾ ਹੈ। ਆਓ ਸਾਰੇ ਸਤਸੰਗੀ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੋ, ਧਿਆਨ ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਣ ਕੇ ਸਰੀਕਣ ਲੱਗੀ ਹੈ ਮਨ ਨੀਕਣਾ। ਜਦੋਂ ਇਹ ਗੱਲ ਸ਼ਰੀਕਾਂ ਦੇ ਬਾਰੇ, ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਿਲ ਮਾਤਾ ਗੰਗਾ ਜੀ ਬਾਰੇ ਸੁਣਿਆ ਹੈ ਕਰਮੋਂ ਨੇ, ਉਹਨੂੰ ਇਹ ਗੱਲ ਚੰਗੀ ਨਹੀਂ ਲੱਗੀ। ਨੀਕੇ ਤੋਂ ਭਾਵ ਠੀਕ ਨਹੀਂ ਲੱਗੀ, ਸੁੰਦਰ ਨਹੀਂ ਲੱਗੀ, ਵੀ ਇਹ ਸਮਾਨ ਉਹਨਾਂ ਦੇ ਘਰ ਵਿੱਚ ਕਿਵੇਂ ਆ ਗਿਆ। ਇਹ ਗੱਲ ਉਹਨੂੰ ਚੰਗੀ ਨਹੀਂ ਲੱਗੀ। ਰੂਡੀ ਨਿਜ ਮੰਦਰ ਪੈ ਸੁੰਦਰ ਨਿਹਾਰਿਓ। ਤੇ ਹੁਣ ਬੜੀ ਕਾਹਲੀ ਦੇ ਨਾਲ ਦਾਸੀ ਨੂੰ ਨਾਲ ਲਿਆ, ਛੱਤ ਤੇ ਚਲੀ ਗਈ, ਤੇ ਜਿਹੜਾ ਸਮਾਨ ਪਿਆ ਹੋਇਆ ਸੀ, ਉਸ ਸਾਰੇ ਸਮਾਨ ਨੂੰ ਨਿਹਾਰਿਓ। ਨਿਹਾਰਿਓ ਤੋਂ ਭਾਵ ਚੰਗੀ ਤਰ੍ਹਾਂ ਵੇਖਣਾ ਕੀਤਾ। ਸੂਰਜ ਕੀ ਜੋਤ ਸੰਗ ਏਕ ਰੰਗ ਹੋਈ ਰਹਿਓ, ਜਰੀ ਅੰਗ ਅੰਗ ਮੈਂ ਨਜ਼ਰੀ ਜਾਏ ਜਾ ਰਿਓ। ਹੁਣ ਇੱਕ ਤਾਂ ਕੱਪੜੇ ਬੜੇ ਸੁੰਦਰ, ਤੇ ਦੂਜਾ ਸੂਰਜ ਦੀ ਜਿਹੜੀਆਂ ਨੇ ਕਿਰਨਾਂ ਉਹਨਾਂ ਉੱਤੇ ਪੈ ਰਹੀਆਂ ਨੇ। ਹੁਣ ਸਾਧ ਸੰਗਤ, ਤੁਸੀਂ ਅੱਜ ਵੀ ਦੁਕਾਨ ਤੇ ਕੱਪੜਾ ਲੈਣ ਵਾਸਤੇ ਜਾਓ, ਹਨੇਰਾ ਹੈ ਤੇ ਚੰਗਾ ਵੀ ਮਾੜਾ ਲੱਗੇਗਾ, ਪਰ ਜੇ ਚਾਨਣ ਹੈ ਤੇ ਫਿਰ ਮਾੜਾ ਵੀ ਚੰਗਾ ਲੱਗੇਗਾ। ਇਸੇ ਵਾਸਤੇ ਹਰ ਦੁਕਾਨਦਾਰ ਕੱਪੜਾ ਵੇਚਣ ਵਾਸਤੇ ਆਪਣੇ ਵੱਲੋਂ ਲਾਈਟ ਦਾ ਬਹੁਤ ਪ੍ਰਬੰਧ ਕਰਦਾ ਹੈ, ਤਾਂ ਜੋ ਲੈਣ ਵਾਲੇ ਦੇ ਮਨ 'ਤੇ ਪ੍ਰਭਾਵ ਪਵੇ। ਹੁਣ ਜਦੋਂ ਕਰਮੋਂ ਉੱਪਰ ਗਈ, ਇੱਕ ਤਾਂ ਕੱਪੜੇ ਬੜੇ ਸੁੰਦਰ ਸੀ, ਤੇ ਦੂਜਾ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸੀ। ਵੇਖ ਕੇ ਸੜ ਗਈ, ਜਰ ਤੋਂ ਭਾਵ ਸੜ ਗਈ, ਤੇ ਜਰ ਨਹੀਂ ਸਕੀ। ਇੱਕ ਜਰ ਦਾ ਭਾਵ, ਜਰੀ ਦਾ ਭਾਵ ਸੜ ਜਾਣਾ, ਇੱਕ ਜਰ ਦਾ ਭਾਵ ਹੈ ਜਰ ਨਾ ਸਕਣਾ। ਵੇਖ ਕੇ ਕਰਮੋਂ ਉਹ ਸਾਰਾ ਕੁਝ ਜਰ ਨਹੀਂ ਸਕੀ, ਤੇ ਇਉਂ ਸਾਰਾ ਕੁਝ ਵੇਖ ਕੇ ਸੜ ਗਈ, ਜਿਵੇਂ ਸਾਧ ਸੰਗਤ ਬੰਦਾ ਅੱਗ ਦੇ ਨਾਲ ਸੜਦਾ ਹੈ। ਈਰਖਾ ਅੰਦਰ ਪੈਦਾ ਹੋ ਗਈ, ਈਰਖਾ ਅੰਦਰ ਆ ਗਈ, ਸੜ ਗਈ। ਭਾਈ ਸਾਹਿਬ ਕਹਿੰਦੇ ਨੇ ਜਰ ਨਹੀਂ ਸਕੀ ਤੇ ਜਲ ਬਲ ਗਈ, ਭਾਵ ਸੜ ਗਈ। ਇਹ ਸਾਰਾ ਕੁਝ ਵੇਖ ਕੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਬੜਾ ਸੁੰਦਰ ਕਥਨ ਕੀਤਾ ਹੈ। ਵੇਖੋ, ਸਿਆਣਿਆਂ ਦਾ ਕਥਨ ਹੈ, ਬੰਦਾ ਓਨਾ ਦੁਖੀ ਆਪਣੇ ਦੁੱਖ ਕਰਕੇ ਨਹੀਂ,
ਜਿੰਨਾ ਦੂਜੇ ਦੇ ਸੁੱਖ ਕਰਕੇ ਹੈ। ਦੂਜੇ ਦਾ ਸੁੱਖ ਵੇਖ ਕੇ ਜਿੰਨਾ ਦੁਖੀ ਨਾ, ਉਹਨਾਂ ਆਪਣੇ ਦੁੱਖ ਨਾਲ ਦੁਖੀ ਨਹੀਂ। ਤੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਬੜੀ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨੇ ਈਰਖਾ ਨਾ ਕਰੋ, ਈਰਖਾ ਨਾ ਕਰੋ, ਬਲਕਿ ਕੀ ਕਰੋ, ਆਪਣੇ ਜੀਵਨ ਦੇ ਅੰਦਰ ਚੰਗਾ ਕਰਮ ਕਰੋ। ਵੇਖੋ ਸਾਧ ਸੰਗਤ, ਈਰਖਾ ਨੇ ਬੜੇ ਵੱਡੇ ਵੱਡੇ ਭਾਰੇ ਵਰਤਾ ਦਿੱਤੇ। ਰਾਮਚੰਦਰ ਵਰਗੇ ਪੁੱਤਰ ਨੂੰ ਕਕਈ ਦੀ ਈਰਖਾ ਕਰਕੇ 14 ਸਾਲ ਦਾ ਬਨਵਾਸ ਹੋ ਗਿਆ। ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਵੀ ਕਿਰਪਾ ਕੀਤੀ ਹੈ। ਜਿਸ ਬੰਦੇ ਦੇ ਅੰਦਰ ਤਾਤ ਪਰਾਈ ਹੈ, ਉਸ ਦਾ ਕਦੀ ਵੀ ਭਲਾ ਨਹੀਂ ਹੋ ਸਕਦਾ। ਪਹਿਲੀ ਗੱਲ ਇਹ, ਈਰਖਾ ਕਰਨ ਵਾਲਾ ਗੁਰਬਾਣੀ ਨੂੰ ਜੇ ਆਧਾਰ ਬਣਾ ਕੇ ਆਪਣੇ ਜੀਵਨ ਦੇ ਅੰਦਰ ਚੱਲੇ ਤੇ ਇੱਕ ਗੱਲ ਸਾਹਮਣੇ ਆ ਜਾਵੇਗੀ, ਈਰਖਾ ਕਰਨ ਵਾਲੇ ਦਾ ਕਦੀ ਵੀ ਭਲਾ ਨਹੀਂ ਹੋ ਸਕਦਾ। ਇਹ ਬਚਨ ਮੇਰੇ ਨਹੀਂ, ਇਹ ਬਚਨ ਮੈਂ ਨਹੀਂ ਕਹਿ ਰਿਹਾ, ਇਹ ਸਤਿਗੁਰਾਂ ਦੀ ਪਾਵਨ ਬਾਣੀ ਦੇ ਹਨ। ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਕਦੀ ਵੀ। ਅੱਜ ਕੱਲ ਨਹੀਂ, ਸਾਰੀ ਉਮਰ ਹੀ ਉਹਦਾ ਭਲਾ ਨਹੀਂ ਹੋ ਸਕਦਾ। ਕਿਸ ਦਾ? ਜਿਸ ਦੇ ਅੰਦਰ ਪਰਾਈ ਤਾਤ ਹੈ, ਪਰਾਈ ਈਰਖਾ ਹੈ। ਅੱਗੇ ਮਹਾਰਾਜ ਕਿਰਪਾ ਕਰਦੇ ਨੇ, ਤਿਸ ਦੇ ਆਖਿਆ ਕੋਈ ਨਾ ਲੱਗੈ, ਨਿਤ ਉਜਾੜੀ ਪੁਕਾਰੇ ਖਲਾ। ਇਹੋ ਜਿਹੇ ਬੰਦੇ ਦੇ ਆਖੇ ਕੋਈ ਨਹੀਂ ਲੱਗਦਾ। ਪਤਾ ਹੈ ਵੀ ਈਰਖਾ ਕਰ ਰਿਹਾ। ਵੇਖੋ, ਜਦੋਂ ਕੋਈ ਕਿਸੇ ਬੰਦੇ ਦੇ ਨਾਲ ਈਰਖਾ ਦੀ ਗੱਲ ਕਰਦਾ ਹੈ, ਜਿਹਨੂੰ ਸੋਝੀ ਹੈ, ਜਿਹਨੂੰ ਗਿਆਨ ਹੈ, ਉਹ ਆਖਦਾ ਨਾ ਭਾਈ ਈਰਖਾ ਨਾ ਕਰ, ਈਰਖਾ ਕਰਨੀ ਚੰਗੀ ਨਹੀਂ। ਉਹ ਆਖੇਗਾ ਈਰਖਾ ਨਾ ਕਰ, ਤੈਨੂੰ ਕੁਝ ਨਹੀਂ ਲੱਭਣਾ। ਮਹਾਰਾਜ ਆਖਦੇ ਨੇ ਈਰਖਾ ਕਰਨ ਵਾਲੇ ਦਾ ਕਦੀ ਭਲਾ ਨਹੀਂ ਹੁੰਦਾ ਤੇ ਉਸ ਦੇ ਆਖੇ ਵੀ ਕੋਈ ਨਹੀਂ ਲੱਗਦਾ। ਉਸ ਦੀ ਹਾਲਤ ਇਹ ਹੁੰਦੀ ਹੈ, ਬਾਜ ਨਹੀਂ ਆ ਸਕਦਾ ਉਹ ਆਪਣੀ ਆਦਤ ਤੋਂ, ਪਰ ਨਰਾ ਔਜ਼ਾਰ ਦੇ ਵਿੱਚ ਜਿਵੇਂ ਕੋਈ ਖੜਾ ਹੁੰਦਾ ਹੈ ਨਾ ਇਕੱਲਾ, ਬਿਲਕੁਲ ਇਸੇ ਤਰ੍ਹਾਂ ਤਾਤ ਪਰਾਈ ਵਾਲਾ, ਈਰਖਾ ਕਰਨ ਵਾਲਾ ਇਕੱਲਾ ਹੀ ਰਹਿ ਜਾਂਦਾ ਹੈ। ਫਿਰ ਅੱਗੇ ਮਹਾਰਾਜ ਨੇ ਹੋਰ ਕਿਰਪਾ ਕੀਤੀ, ਜਿਸ ਅੰਦਰ ਚੁਗਲੀ ਚੁਗਲੋ ਵੱਜੇ ਤਿਸ ਦਾ ਕੀਤਾ ਕਰਤਿਆ ਸਭ ਗਿਆ। ਜਿਸ ਬੰਦੇ ਦੇ ਅੰਦਰ ਚੁਗਲੀ ਦੀ ਆਦਤ ਹੈ, ਦੂਰੋਂ ਹੀ ਲੋਕ ਕਹਿੰਦੇ ਚੁਗਲਖੋਰ ਆ ਰਿਹਾ ਜੀ, ਉਹਦਾ ਨਾਂ ਹੀ ਚੁਗਲਖੋਰ ਪੈ ਜਾਂਦਾ ਹੈ। ਮਹਾਰਾਜ ਆਖਦੇ ਨੇ, ਜਿਸ ਅੰਦਰ ਚੁਗਲੀ ਚੁਗਲੋ ਵੱਜੈ ਨਿਤ। ਮਹਾਰਾਜ ਆਖਦੇ ਨੇ, ਜਿਸ ਅੰਦਰ ਚੁਗਲੀ ਚੁਗਲੋ ਵੱਜੈ ਤਿਸ ਦਾ ਕੀਤਾ ਕਰਤਿਆ ਸਭ ਬਿਰਥਾ ਗਿਆ। ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੂੰਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ। ਜਿਹੜਾ ਚੁਗਲੀ ਕਰਨ ਵਾਲਾ ਹੈ ਉਹ ਅਣਹੋਂਦੀ ਗੱਲ ਕਰੇਗਾ ਤੇ ਨਾਲ ਕਿਸੇ ਵੱਲ ਮੂੰਹ ਨਹੀਂ ਕਰ ਸਕਦਾ, ਕਿਉਂਕਿ ਆਪਾਂ ਕਹਿੰਦੇ ਕਾਲੇ ਮੂੰਹ ਵਾਲਾ ਹੈ, ਬਦਨਾਮ ਹੋ ਜਾਂਦਾ ਹੈ, ਉਸ ਨੂੰ ਬਦਨਾਮੀ ਮਿਲਦੀ ਹੈ। ਤੇ ਮਹਾਰਾਜ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਰਮ ਧਰਤੀ ਸਰੀਰ ਕਾਲਵ ਯੁਗ ਵਿੱਚ ਜਿਹਾ ਕੋ ਬੀਜੈ ਤਿਹਾ ਕੋ ਖਾਏ। ਵੇਖੋ, ਜਿਹੋ ਜਿਹਾ ਬੀਜ ਪਾਵਾਂਗੇ ਵੱਢਾਂਗੇ ਉਹੋ ਜਿਹਾ ਹੀ। ਆਪੇ ਬੀਜ ਆਪੇ ਖਾਓ। ਜੇ ਆਪਾਂ ਮਿਲਵਰਤਨ ਵਾਲੀ ਗੱਲ ਕਰਾਂਗੇ, ਪਿਆਰ ਵਾਲੀ ਗੱਲ ਕਰਾਂਗੇ, ਤੇ ਸਾਧ ਸੰਗਤ ਮਹਾਰਾਜ ਇਸੇ ਵਾਸਤੇ ਆਖਦੇ ਨੇ ਕਬੀਰ, ਕਿਸੇ ਦਾ ਬੁਰਾ ਨਾ ਚਿਤਵ, ਚਿਤਵੇਂਗਾ ਤੈਨੂੰ ਮਿਲਣਾ ਕੁਝ ਨਹੀਂ। ਹਾਂ, ਜੇ ਤੂੰ ਭਲਾ ਸੋਚੇਂਗਾ ਬੁਰੇ ਦਾ ਵੀ, ਤੇ ਫਿਰ ਧਿਆਨ ਰੱਖੀ ਤੇਰੀ ਦੇਹ ਹੀ ਜਿਹੜੀ ਹੈ ਇਹ ਰੋਗਾਂ ਤੋਂ ਬਚ ਜਾਵੇਗੀ।
ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹੜਾ ਬੰਦਾ ਸਾਧ ਸੰਗਤ ਚੁਗਲੀ ਕਰਦਾ ਹੈ ਉਸ ਦਾ ਨਾਮ ਚੁਗਲਖੋਰ ਪੈ ਜਾਂਦਾ ਹੈ, ਉਸ ਦੇ ਨੇੜੇ ਕੋਈ ਨਹੀਂ ਲੱਗਦਾ। ਪਰ ਨਾਲ ਹੀ ਮਹਾਰਾਜ ਆਖਦੇ ਨੇ, ਕਰਮ ਧਰਤੀ ਸਰੀਰ ਕਲਯੁਗ ਵਿੱਚ, ਜਿਹਾ ਕੋ ਬੀਜੈ ਤੇਹਾ ਕੋ ਖਾਏ। ਗੱਲਾਂ ਉੱਪਰ ਤਪਾਵਸ ਨਾ ਹੋਵਈ, ਵਿਸ ਖਾਦੀ ਮਰ ਜਾਏ ਤਤਕਾਲ ਮਰ ਜਾਏ। ਵੇਖੋ ਗੱਲਾਂ ਨਾਲ ਕੋਈ ਬੰਦਾ ਚੰਗਾ ਬਣਨਾ ਚਾਵੇ ਨਹੀਂ ਬਣ ਸਕਦਾ, ਕਿਉਂਕਿ ਜ਼ਹਿਰ ਖਾਦਿਆਂ ਤਾਂ ਮੌਤ ਹੋਵੇਗੀ। ਜੇ ਈਰਖਾ ਦੀ ਗੱਲ ਕਰਾਂਗੇ ਆਤਮਕ ਮੌਤੇ ਮਰਾਂਗੇ, ਨਹੀਂ ਬਚਿਆ ਜਾਵੇਗਾ। ਸਤਿਗੁਰੂ ਇਸੇ ਵਾਸਤੇ ਆਖਦੇ ਨੇ, ਅਹਿਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਈਰਖਾ ਨਾ ਕਰ, ਆਪਣੇ ਜੀਵਨ ਦੇ ਅੰਦਰ ਤੂੰ ਵੀ ਚੰਗਾ ਕਰਮ ਕਰ। ਹਾਂ, ਜੇ ਭਰਾ ਦੇ ਘਰ ਪਦਾਰਥ ਆਏ ਨੇ ਤੇ ਆਖ ਰੱਬਾ ਜਿਵੇਂ ਉਹਨੂੰ ਦਿੱਤੇ ਨੇ ਮੇਰੇ ਉੱਤੇ ਵੀ ਕਿਰਪਾ ਕਰ, ਜਿਵੇਂ ਉਸ ਦਾ ਭਲਾ ਕੀਤਾ ਮੇਰਾ ਵੀ ਭਲਾ ਕਰ। ਸਾਧ ਸੰਗਤ ਪਰ ਕਰਮੋਂ ਈਰਖਾ ਵਸੀ ਹੋ ਕੇ ਜਦੋਂ ਇਹ ਸਾਰਾ ਕੁਝ ਵੇਖਦੀ ਹੈ, ਕਹਿੰਦੇ ਨੇ ਜਰ ਨਹੀਂ ਸਕਦੀ ਤੇ ਸੜ ਬਲ ਜਾਂਦੀ ਹੈ। ਝਲ ਮਲ ਝਲਕਤ ਆਗ ਸਮ ਲਾਗਿਓ ਨੈਣਾ, ਬੈਣ ਹੂ ਨਾ ਬੋਲ ਸਕੈ ਮਨ ਉਰ ਫਾਰਿਓ। ਕਹਿੰਦੇ ਨੇ ਜਦੋਂ ਇਹ ਸਾਰਾ ਕੁਝ ਵੇਖਿਆ, ਬਸਤਰ ਝਿਲਮਿਲ ਕਰਦੇ ਪਏ ਸੀ ਸੂਰਜ ਦੀਆਂ ਕਿਰਨਾਂ ਦੇ ਨਾਲ, ਇਹ ਸਾਰਾ ਕੁਝ ਵੇਖ ਕੇ ਕਹਿੰਦੇ ਨੇ ਕਰਮੋਂ ਦਾ ਬੋਲ ਹੀ ਬੰਦ ਹੋ ਗਿਆ ਤੇ ਮਾਨੋ ਛਾਤੀ ਫਟ ਗਈ, ਮਾਨੋ ਛਾਤੀ ਫਟ ਗਈ ਉਸ ਦੀ ਇਹ ਸਾਰਾ ਕੁਝ ਵੇਖ ਕੇ। ਹੋਈ ਬਿਸੰਭਾਰ ਲੀਨ ਦਾਸੀ ਨੇ ਉਤਾਰ ਤਬ, ਧਾਰ ਤੇ ਉਦਾਸੀ ਮਨ ਮਾਨੋ ਕਿਤ ਹਾਰਿਓ। ਜਦੋਂ ਆਪਣੇ ਆਪ ਨੂੰ ਸੰਭਾਲ ਨਾ ਸਕੀ ਇਹ ਸਾਰਾ ਕੁਝ ਵੇਖ ਕੇ ਸੁੱਧ ਬੁੱਧ ਭੁੱਲ ਗਈ ਤੇ ਕਹਿੰਦੇ ਨੇ ਦਾਸੀ ਨੇ ਬੜੇ ਹੀ ਪਿਆਰ ਨਾਲ ਉਹਨੂੰ ਸੰਭਾਲਿਆ, ਥੱਲੇ ਉਤਾਰ ਕੇ ਲਿਆਈ। ਪਰ ਕਹਿੰਦੇ ਨੇ ਜਿਵੇਂ ਕੋਈ ਹਾਰਿਆ ਹੋਇਆ ਬੰਦਾ, ਜਿੱਤ ਵਾਲੇ ਬੰਦੇ ਦਾ ਚਿਹਰਾ ਵੱਖਰਾ ਹੀ ਹੁੰਦਾ ਹੈ, ਜਿੱਤ ਵਾਲੇ ਬੰਦੇ ਦੇ ਚਿਹਰੇ ਤੇ ਜਲਾਲ ਵੱਖਰਾ ਹੁੰਦਾ ਹੈ, ਪਰ ਜਿਹੜਾ ਹਾਰ ਜਾਂਦਾ ਉਸ ਦੀ ਹਾਲਤ ਹੀ ਵੱਖਰੀ ਹੁੰਦੀ ਏ। ਕਹਿੰਦੇ ਨੇ ਕਰਮੋਂ ਜਦੋਂ ਵਾਪਸ ਆ ਰਹੀ ਪੌੜੀਆਂ ਦੇ ਰਾਹੀਂ ਦਾਸੀ ਦੇ ਨਾਲ, ਦਾਸੀ ਨੇ ਡਿੱਗਣ ਤੋਂ ਤਾਂ ਸੰਭਾਲ ਲਿਆ, ਪਰ ਕਹਿੰਦੇ ਨੇ ਹਾਲਤ ਐਸੀ ਹੈ ਜਿਵੇਂ ਸਭ ਕੁਝ ਜੀਵਨ ਦਾ ਹਾਰ ਗਿਆ ਹੋਵੇ ਨਾ ਬੰਦਾ, ਉਸੇ ਤਰ੍ਹਾਂ ਹਾਲਤ ਕਰਮੋਂ ਦੀ ਬਣੀ ਹੋਈ ਹੈ। ਬੈਠੀ ਸਾਰੇ ਦਿਨ ਉਦ ਬਿਗਨ ਭਈ ਹੈ ਮਨ, ਰੈਣ ਭਰੀ ਜਾਣ ਕੈ ਪ੍ਰਿਥਿਆ ਤਾਮੇ ਆਇਓ। ਕਹਿੰਦੇ ਨੇ ਬੈਠੀ ਰਹੀ ਉਦਾਸ ਹੋ ਕੇ, ਵਿਆਕੁਲ ਹੋ ਕੇ, ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਪਰ ਜਦੋਂ ਰੈਣ ਹੋਈ, ਰਾਤ ਹੋਈ, ਪ੍ਰਿਥੀ ਚੰਦ ਆਪਣੇ ਕਾਰੋਬਾਰਾਂ ਤੋਂ, ਆਪਣੇ ਕੰਮ ਕਾਜ ਤੋਂ ਜਦੋਂ ਮਹਿਲਾਂ ਦੇ ਅੰਦਰ ਆਇਆ ਹੈ, ਹੀਰ ਬਾਲ ਹਾਲ ਕੋ ਬੁਲਾਏ ਕੈ ਬਿਹਾਲ ਕੋ, ਕਯੋ ਹੈ ਖਿਆਲ ਕਿਆ ਕਿਸ ਤੇ ਬਿਸਾਦ ਬੜੋ ਪਾਇਓ। ਆਖਣ ਲੱਗਾ ਕੀ ਹਾਲ ਤੂੰ ਬਣਾਇਆ ਹੋਇਆ ਹੈ, ਕੀ ਤੇਰੀ ਹਾਲਤ ਹੈ, ਕੌਣ ਹੈ ਜਿਨਨੇ ਤੈਨੂੰ ਦੁੱਖ ਦਿੱਤਾ ਹੈ, ਜਿਸ ਕਰਕੇ ਤੂੰ ਆਪਣੇ ਵੱਲੋਂ ਆਪਣੇ ਆਪ ਨੂੰ ਸੰਭਾਲ ਨਹੀਂ ਰਹੀ ਤੇ ਦੁਖੀ ਨਜ਼ਰ ਆ ਰਹੀ ਹੈ। ਕੌਣ ਕਾਜ ਭਉਨ ਕੋ ਬਿਗੜ ਗਇਓ ਮੋਣ ਕਰੀ। ਇਹ ਦੱਸ ਵੀ ਘਰ ਦਾ ਕੋਈ ਕਾਜ ਵਿਗੜ ਗਿਆ, ਤੂੰ ਚੁੱਪਚਾਪ ਪਈ ਹੋਈ ਹੈ, ਤੂੰ ਕੋਈ ਗੱਲ ਨਹੀਂ ਕਰਦੀ, ਘਰ ਦਾ ਕੋਈ ਕਾਰਜ ਵਿਗੜ ਗਿਆ ਹੈ। ਕੈ ਦੋ ਕਹੇ ਸੰਗ ਲਰੀ ਕੈ ਕਛੁ ਗਵਾਇਓ। ਆਖਣ ਲੱਗਾ ਵੀ ਇੱਕ ਤਾਂ ਦੱਸ ਵੀ ਕਿਸੇ ਨਾਲ ਲੜਾਈ ਤਾਂ ਨਹੀਂ ਹੋਈ, ਜਾਂ ਘਰ ਦੇ ਵਿੱਚੋਂ ਕੁਝ ਗਵਾਚ ਤਾਂ ਨਹੀਂ ਗਿਆ। ਪ੍ਰਿਥੀ ਚੰਦ ਘਰ ਵਾਲੀ ਨੂੰ ਪੁੱਛਦਾ ਪਿਆ ਹੈ, ਕੋਈ ਵਿਗਾੜ ਤਾਂ ਨਹੀਂ ਹੋਇਆ, ਕੋਈ ਘਰੋਂ ਚਲਾ ਤਾਂ ਨਹੀਂ ਗਿਆ ਕੁਝ, ਜਾਂ ਕਿਸੇ ਨਾਲ ਲੜਾਈ ਝਗੜਾ ਤਾਂ ਨਹੀਂ ਹੋਇਆ। ਦੀਜੈ ਸੁਭਤਾਏ ਸਭ ਚਿੰਤ ਕੋ ਬਿਤਾਏ ਅਬ। ਮੈਨੂੰ ਸਾਰਾ ਕੁਝ ਦੱਸ ਤੇ ਆਪਣੀ ਚਿੰਤਾ ਨੂੰ ਦੂਰ ਕਰ, ਕਿਉਂਕਿ ਚਿੰਤਾ ਨੂੰ ਅੰਦਰ ਰੱਖੇਂਗੀ ਇਹ ਤੇਰੇ ਜੀਵਨ ਨੂੰ ਬਰਬਾਦ ਕਰ ਦੇਗੀ। ਕਿਉਂਕਿ ਕਿਸੇ ਵਿਦਵਾਨ ਨੇ ਬੜੀ ਸੁੰਦਰ ਗੱਲ ਕਹੀ ਹੈ, ਉਹ ਕਹਿੰਦੇ ਨੇ ਡਿੱਠਾ ਇੱਕ ਜਨੌਰ ਮੈਂ, ਜਿਸ ਦੇ ਪੈਰ ਨਾ ਪਰ, ਮਾਂ ਪਿਓ ਕਿਸੇ ਨਾ ਜਾਇਆ,
ਨਾ ਕੋਈ ਉਸ ਦਾ ਘਰ, ਨਾ ਰਹਿੰਦਾ ਵਿੱਚ ਜ਼ਮੀਨ ਦੇ, ਨਾ ਰਹਿੰਦਾ ਅਸਮਾਨ, ਖਾਂਦਾ ਮਾਸ ਮਨੁੱਖ ਦਾ, ਇਹ ਉਸ ਦੀ ਬਾਣ। ਚਿੰਤਾ, ਚਿੰਤਾ ਵਰਗਾ ਰੋਗ ਜਿਹੜਾ ਹੈ ਬੰਦੇ ਨੂੰ ਅੰਦਰ ਅੰਦਰ ਖਤਮ ਕਰ ਦਿੰਦਾ ਹੈ। ਪ੍ਰਿਥੀ ਚੰਦ ਕਹਿੰਦਾ ਮੈਨੂੰ ਦੱਸ ਸਾਰੀ ਗੱਲ, ਜਿਸ ਕਰਕੇ ਤੈਨੂੰ ਚਿੰਤਾ ਹੈ, ਤੇ ਦੱਸ ਕੇ ਆਪਣੀ ਚਿੰਤਾ ਦੂਰ ਕਰਨੀ ਕਰ, ਆਪਣਾ ਫਿਕਰ ਮਿਟਾ ਦੇ। ਕੈਸੇ ਪਛੁਤਾਈ ਮੁਰਝਾਏ ਸਮਝਾਇਓ। ਕਹਿੰਦੇ ਵੀ ਜਿਸ ਤਰ੍ਹਾਂ ਤੂੰ ਮੁਰਝਾਈ ਹੋਈ ਹੈ, ਤੇਰੇ ਮੁਰਝਾਉਣ ਦਾ ਕਾਰਨ ਕੀ ਏ? ਇਹ ਪ੍ਰਿਥੀ ਚੰਦ ਨੇ ਬੜੇ ਪਿਆਰ ਨਾਲ ਠਰਮੇ ਵਿੱਚ ਆ ਕੇ ਆਪਣੀ ਘਰਵਾਰੀ ਨੂੰ ਪੁੱਛਿਆ ਹੈ। ਸੁਣ ਕੈ ਸਨੇਹ ਬਸਾਨੀ ਬਾਣੀ ਨਿਜ ਕੰਤ ਹੂੰ ਕੀ। ਆਪਣੇ ਪਤੀ ਦੀ ਜਿਹੜੀ ਸਨੇਹ ਵਾਲੀ ਬਾਣੀ ਬੋਲ ਪ੍ਰਿਥੀ ਚੰਦ ਨੇ ਪਿਆਰ ਨਾਲ ਪੁੱਛਿਆ, ਤੇ ਹੁਣ ਸਮਝ ਗਈ ਕਿ ਮੇਰੀ ਕੀਤੀ ਹੋਈ ਗੱਲ ਦਾ ਜਿਹੜਾ ਹੈ ਉਹ ਅਸਰ ਪ੍ਰਿਥੀ ਚੰਦ ਤੇ ਹੋਵੇਗਾ। ਇਹਨੇ ਜਦੋਂ ਆਪਣੇ ਪਤੀ ਦੀ ਪਿਆਰ ਦੇ ਸਹਿਤ ਬਾਣੀ ਸੁਣੀ, ਉਸ ਵੇਲੇ ਕਰਮੋਂ ਨੇ ਆਪਣੇ ਵੱਲੋਂ ਗੱਲ ਆਪਣੀ ਦੁੱਖ ਦੀ ਆਰੰਭ ਕਰ ਦਿੱਤੀ। ਕਰਮੋਂ ਕਹਿਤ ਪਈ ਰਿਸ ਤਾਰੇ ਅਤੀਆ। ਰਿਸ ਧਾਰ ਕੇ, ਗੁੱਸੇ ਵਿੱਚ ਆ ਕੇ, ਅਤੀਆ ਤੋਂ ਭਾਵ ਬਹੁਤ ਜ਼ਿਆਦਾ ਗੁੱਸਾ, ਹੁਣ ਉਹਨੇ ਪ੍ਰਿਥੀ ਚੰਦ ਦੇ ਸਾਹਮਣੇ ਆਪਣਾ ਪ੍ਰਗਟ ਕੀਤਾ। ਹਮਰੇ ਸ਼ਰੀਕ ਹੂੰ ਕਿ ਨੀਕੀ ਨੀਕੀ ਭੇਟ ਆਵੈ। ਸਾਡੇ ਸ਼ਰੀਕਾਂ ਦੇ ਘਰ ਸੁੰਦਰ ਸੁੰਦਰ ਭੇਟਾਵਾਂ ਆਉਂਦੀਆਂ ਨੇ। ਭਾਵ ਉਹ ਇਹ ਨਹੀਂ ਕਹਿ ਰਹੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਆਪ ਪ੍ਰਤੱਖ ਹਰ ਨੇ, ਜਿਹੜੇ ਰੱਬ ਦਾ ਰੂਪ ਨੇ, ਕਿਉਂਕਿ ਬਾਣੀ ਦੇ ਅੰਦਰ ਆਪਾਂ ਇਹ ਪੜ੍ਹਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਬੇਸ਼ੱਕ ਸਰੀਰ ਦੇ ਅੰਦਰ ਆਏ ਨੇ, ਸਰੀਰ ਕਰਕੇ ਉਹਨਾਂ ਨੇ ਸਾਰੇ ਕਰਤੱਵ ਕੀਤੇ ਨੇ, ਸਰੀਰ ਤੇ ਦੁੱਖ ਸਹਿਨ ਵੀ ਕੀਤੇ ਨੇ, ਪਰ ਧਿਆਨ ਦੇਵੋ ਸਾਧ ਸੰਗਤ, ਗੁਰਬਾਣੀ ਗੁਰੂ ਦੇ ਅੰਦਰ ਆਪਾਂ ਪੜ੍ਹਦੇ ਹਾਂ ਗੁਰ ਅਰਜੁਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਜੀ ਮਹਾਰਾਜ ਰੱਬ ਦਾ ਰੂਪ ਹਨ, ਕਿਉਂਕਿ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਕਰਮੋਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਰੱਬ ਰੂਪ ਨਜ਼ਰ ਨਹੀਂ ਆ ਰਿਹਾ। ਕਰਮੋਂ ਨੂੰ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਰੀਕ ਨਜ਼ਰ ਆ ਰਹੇ ਨੇ। ਤੇ ਹੁਣ ਗੱਲ ਆਰੰਭ ਕੀਤੀ, ਆਖਣ ਲੱਗੀ ਸ਼ਰੀਕਾਂ ਦੇ ਘਰ ਵਿੱਚ ਚੰਗੀਆਂ ਚੰਗੀਆਂ ਚੀਜ਼ਾਂ, ਨਵੀਆਂ ਨਵੀਆਂ ਚੀਜ਼ਾਂ ਰੋਜ਼ਾਨਾ ਹੀ ਆ ਰਹੀਆਂ ਹਨ। ਚੀਰਤਾ ਕੀਤੀ ਕਿਹਰ ਹੋਈ ਬਿਸਮਤੀਆ। ਤੇ ਆਖਿਆ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਉਹਨਾਂ ਨੂੰ ਵੇਖ ਵੇਖ ਕੇ ਹੈਰਾਨੀ ਪੈਦਾ ਹੁੰਦੀ ਵੀ ਇੰਨੀਆਂ ਸੁੰਦਰ ਚੀਜ਼ਾਂ ਜਿਹੜੀਆਂ ਰਾਜਿਆਂ ਮਹਾਰਾਜਿਆਂ ਦੇ ਕੋਲ ਵੀ ਨਹੀਂ ਹੋ ਸਕਦੀਆਂ, ਉਹ ਇਹਨਾਂ ਦੇ ਕੋਲ ਹਨ। ਚਲਾ ਚਲ ਝਲਕਤ ਡੀਠ ਨਾ ਠਹਿਰ ਸਕੈ। ਇੰਨੀਆਂ ਸੁੰਦਰ ਨੇ ਕਿ ਜੇ ਉਹਨਾਂ ਵੱਲ ਬਹੁਤੀ ਦੇਰ ਵੇਖਣਾ ਚਾਹੀਏ, ਵੇਖਿਆ ਵੀ ਨਹੀਂ ਜਾ ਸਕਦਾ, ਇੰਨੀ ਚਮਕ ਦਮਕ ਹੈ ਉਹਨਾਂ ਦੀ। ਧੂਨੀ ਜੋ ਤੁਖਤ ਮਮ ਸੁਲਗਤ ਛਤੀਆ। ਤੇ ਇਹ ਸਾਰਾ ਕੁਝ ਵੇਖ ਕੇ ਮਮ ਸੁਲਗਤ ਛਤੀਆ, ਛਤੀਆ ਤੋਂ ਭਾਵ ਹੈ ਛਾਤੀ, ਮੇਰੀ ਛਾਤੀ ਭਾਵ ਮੇਰਾ ਦਿਲ, ਮੇਰਾ ਹਿਰਦਾ ਜਿਹੜਾ ਹੈ ਨਾ ਉਹ ਸੁਲਗਦਾ ਹੈ। ਸੁਲਗਦਾ ਤੋਂ ਭਾਵ ਜਿਵੇਂ ਕੋਈ ਚੀਜ਼ ਧੁਖਦੀ ਹੈ। ਸਾਧ ਸੰਗਤ ਅੱਗ ਹੈ, ਲਾਟਾਂ ਬਲਣ ਤੇ ਆਪਾਂ ਨੂੰ ਕਹੇ ਇਹ ਨਹੀਂ ਕਹਿੰਦੇ ਵੀ ਧੁਖਦੀ ਹੈ, ਨਹੀਂ, ਜਿਹੜੀ ਚੀਜ਼ ਅੰਦਰ ਹੀ ਅੰਦਰ ਧੁਖੀ ਜਾਵੇ, ਭਾਵ ਲਾਟਾਂ ਨਾ ਨਿਕਲਣ, ਬਹੁਤੀ ਉਸ ਵਿੱਚੋਂ ਲਾਟ ਨਾ ਨਿਕਲੇ, ਆਪਾਂ ਕਹਿੰਦੇ ਹਾਂ ਧੁਖਦੀ ਪਈ ਹੈ। ਤੇ ਜਿਹੜੀ ਧੁਖਣ ਵਾਲੀ ਚੀਜ਼ ਹੁੰਦੀ ਹੈ ਨਾ, ਉਹ ਬਹੁਤ ਹੀ ਲੰਬੀ ਦੇਰ ਤੱਕ ਚੱਲਦੀ ਹੈ। ਕਹਿੰਦੀ ਵੀ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਘਰ ਵਿੱਚ ਆ ਰਹੀਆਂ ਨੇ, ਤੇ ਮੇਰੀ ਇਹ ਸਾਰਾ ਕੁਝ ਵੇਖ ਕੇ ਛਾਤੀ ਧੁਖਦੀ ਪਈ ਹੈ। ਭਾਵ ਜੋ ਮੇਰੇ ਅੰਦਰ ਦੁੱਖ ਹੈ ਉਹ ਮੈਂ ਕਿਸੇ ਨੂੰ ਖੋਲ ਕੇ ਨਹੀਂ ਦੱਸ ਸਕਦੀ। ਹੋਏ ਹੈ ਵਡਾਈ ਨਿਤ ਹਮਰੀ ਘਟਾਈ। ਉਹਨਾਂ ਦੀ ਵਡਾਈ ਹੋ ਰਹੀ ਹੈ ਤੇ ਸਾਡੀ ਘਟਾਈ ਹੋ ਰਹੀ ਹੈ। ਭਾਵ ਸਾਡਾ ਪ੍ਰਤਾਪ ਵੱਡੇ ਹੋਣ ਕਰਕੇ ਵਧਣਾ ਚਾਹੀਦਾ ਸੀ, ਪਰ ਉਲਟ ਹੋ ਗਿਆ। ਛੋਟੇ ਜਿਹੜੇ ਨੇ ਉਹਨਾਂ ਦੀ ਚੜ੍ਹਾਈ ਹੋ ਰਹੀ ਹੈ,
ਤੇ ਸਾਡਾ ਜਿਹੜਾ ਹੈ ਪ੍ਰਤਾਪ ਦਿਨ ਪਰ ਦਿਨ ਘਟਦਾ ਜਾ ਰਿਹਾ ਹੈ। ਬਾਤ ਸਾਕਨ ਮੈਂ ਬਿਥਰੈ ਜਗਤ ਜਿਤ ਕੀਤੀਆ। ਤੇ ਇਹ ਗੱਲ ਹੁਣ ਸਾਕਾਂ ਦੇ ਵਿੱਚ ਵੀ, ਰਿਸ਼ਤੇਦਾਰਾਂ ਦੇ ਵਿੱਚ ਵੀ, ਸਾਰੇ ਸਮਾਜ ਦੇ ਵਿੱਚ ਵੀ ਖਿੱਲਰ ਜਾਵੇਗੀ ਕਿ ਪ੍ਰਿਥੀ ਚੰਦ ਜਿਹੜਾ ਹੈ ਉਸ ਕੋਲ ਕੁਝ ਵੀ ਨਹੀਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਬਹੁਤ ਕੁਝ ਹੈ। ਹੁਣ ਸਾਧ ਸੰਗਤ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਨਾ, ਵੀ ਜਿਹੜਾ ਘਰ ਵਿੱਚ ਹੈ ਉਹਨੂੰ ਵੇਖ ਕੇ ਬੰਦਾ ਸੁਖੀ ਨਹੀਂ, ਪਰ ਜਿਹੜਾ ਦੂਜਿਆਂ ਦੇ ਕੋਲ ਹੈ ਉਹਨੂੰ ਵੇਖ ਵੇਖ ਕੇ ਦੁਖੀ ਹੋ ਰਿਹਾ ਹੈ। ਬਾਣੀ ਗੁਰੂ ਨੇ ਸਾਡੀ ਅਗਵਾਈ ਕੀਤੀ, ਫਰੀਦਾ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਪਰ ਕਹਿੰਦੀ ਸਾਡੀ ਤਾਂ ਦਿਨ ਪਰ ਦਿਨ ਘਟਾਈ ਹੁੰਦੀ ਜਾ ਰਹੀ ਏ, ਉਹਨਾਂ ਦੀ ਵਡਾਈ ਹੁੰਦੀ ਜਾ ਰਹੀ ਏ। ਤੇ ਇਹ ਗੱਲ ਸ਼ਰੀਕਾਂ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ, ਸਾਕਾਂ ਦੇ ਵਿੱਚ, ਸਮਾਜ ਦੇ ਵਿੱਚ ਵੀ ਪਤਾ ਲੱਗ ਜਾਵੇਗੀ। ਕਰਤੇ ਪਿਤਾ ਕੀ ਸੇਵ ਪਾਵਤੇ ਸੁਪਦ ਏਵ। ਹੁਣ ਕਰਮੋਂ ਨੇ ਸਚਾਈ ਪ੍ਰਗਟ ਕੀਤੀ ਤੇ ਆਖਣ ਲੱਗੀ ਇਹ ਸਾਰਾ ਕੁਝ ਕਿਉਂ ਹੋਇਆ? ਤੁਸੀਂ ਪਿਤਾ ਗੁਰੂ ਦੀ ਸੇਵਾ ਨਹੀਂ ਕੀਤੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੇਵਾ ਕਰਕੇ ਸਭ ਕੁਝ ਲੈ ਗਏ ਨੇ, ਸਭ ਕੁਝ ਉਹਨਾਂ ਨੂੰ ਪ੍ਰਾਪਤ ਹੋ ਗਿਆ। ਤੇ ਕਰਮੋਂ ਹੁਣ ਇਸ ਵਾਸਤੇ ਨਹੀਂ ਕਹਿ ਰਹੀ ਵੀ ਪ੍ਰਿਥੀ ਚੰਦ ਜਿਹੜੇ ਨੇ ਵੀ ਇਹ ਸੇਵਾ ਕਰਦੇ ਨਹੀਂ, ਕੇਵਲ ਪਦਾਰਥਾਂ ਨੂੰ ਸਾਹਮਣੇ ਰੱਖ ਕੇ, ਅਸ਼ਵਰਜ ਨੂੰ ਸਾਹਮਣੇ ਰੱਖ ਕੇ ਇਹ ਗੱਲ ਕਹਿ ਰਹੀ ਹੈ ਕਿ ਜੇ ਤੁਸੀਂ ਸੇਵਾ ਕਰਦੇ ਤੇ ਗੁਰੂ ਮਹਾਰਾਜ ਦੀ ਖੁਸ਼ੀ ਲੈਂਦੇ, ਇਹ ਸਭ ਕੁਝ ਸਾਡੇ ਘਰ ਦੇ ਵਿੱਚ ਆ ਜਾਣਾ ਸੀ, ਇਹ ਸਾਡੇ ਘਰ ਵਿੱਚ ਹੁੰਦਾ, ਪਰ ਤੁਸੀਂ ਸੇਵਾ ਨਹੀਂ ਕੀਤੀ, ਇਸ ਵਾਸਤੇ ਤੁਹਾਨੂੰ ਵਡਾਈ ਮਿਲੀ ਨਹੀਂ, ਗੁਰੂ ਮਹਾਰਾਜ ਤੁਹਾਡੇ ਉੱਤੇ ਤਰੁੱਠੇ ਨਹੀਂ। ਗੁਰਤਾ ਕੋ ਲੇਵ ਗੁਰ ਦੇਵ ਜਗ ਹੋਵਤੇ। ਜੇ ਤੁਸੀਂ ਸੇਵਾ ਕਰਦੇ ਪਿਤਾ ਗੁਰੂ ਦੀ ਤੇ ਤੁਸੀਂ ਅੱਜ ਗੁਰਤਾ ਗੱਦੀ ਦੇ ਪਦ ਤੇ ਬਿਰਾਜਮਾਨ ਹੁੰਦੇ ਤੇ ਸਾਰੇ ਲੋਕ, ਦੁਨੀਆ, ਸਤ ਸੰਗਤ ਜਿੰਨੀ ਵੀ ਹੈ ਤੁਹਾਡੇ ਚਰਨਾਂ ਦੇ ਵਿੱਚ ਝੁਕਦੀ। ਸ਼ੂਸ਼ ਰਹੇ ਜੇਠੇ ਤੁਮ ਪੈਠੇ ਕਰ ਬੈਠੇ ਰਹੋ। ਹੁਣ ਕਹਿਣ ਲੱਗੇ ਵੀ ਵੱਡੇ ਹੋਣ ਦਾ ਤੁਹਾਨੂੰ ਮਾਣ ਸੀ, ਜੇਠੇ ਸੀ ਤੁਸੀਂ ਤੇ ਖਾਲੀ ਦੇ ਖਾਲੀ ਰਹਿ ਗਏ ਤੇ ਬੈਠੇ ਰਹੋ ਹੁਣ ਘਰ ਵਿੱਚ। ਤੁਸੀਂ ਵੀ ਦੁਖੀ ਤੇ ਮੈਂ ਵੀ ਦੁਖੀ। ਇੱਕ ਭੜਕਾਉਣ ਦਾ ਢੰਗ ਹੈ, ਇੱਕ ਸਾਧ ਸੰਗਤ ਬੰਦੇ ਨੂੰ ਚੋਭ ਲਾ ਕੇ ਗੁੱਸੇ ਵਿੱਚ ਲਿਆਉਣ ਦਾ ਢੰਗ ਹੈ। ਅੱਜ ਵੀ ਕਦੀ ਤੁਸੀਂ ਵੇਖਿਓ ਸਾਧ ਸੰਗਤ, ਘਰ ਵਿੱਚ ਬੈਠਿਆਂ ਸਹਿਜ ਸੁਭਾਏ ਗੱਲ ਹੋ ਰਹੀ ਹੋਵੇ ਨਾ, ਪਿਆਰ ਵੀ ਹੋਵੇ ਭਰਾਵਾਂ ਦਾ ਜਾਂ ਆਪਸ ਵਿੱਚ ਪਰਿਵਾਰ ਦਾ, ਪਰ ਕਈ ਵਾਰੀ ਘਰ ਦਾ ਕੋਈ ਜੀ ਇਹੋ ਜਿਹੀ ਚੋਭ ਮਾਰਦਾ ਹੈ ਜਿਸ ਨਾਲ ਘਰ ਦਾ ਸਾਰਾ ਤਾਣਾ ਬਾਣਾ ਹੀ ਜਿਹੜਾ ਹੈ ਨਾ ਉਹ ਬਦਲ ਜਾਂਦਾ ਹੈ। ਮੇਰੀ ਬੇਨਤੀ, ਜਿਸ ਘਰ ਦੇ ਅੰਦਰ ਪਿਆਰ ਹੁੰਦਾ ਹੈ, ਕੇਵਲ ਬੋਲੀ ਦਾ ਤੀਰ ਮਾਰ ਕੇ ਇੱਕ ਬੰਦਾ ਹੀ ਸਾਰੇ ਘਰ ਨੂੰ ਖੇਰੂ ਖੇਰੂ ਕਰ ਦਿੰਦਾ ਹੈ। ਮੈਂ ਬੇਨਤੀ ਕਰ ਦੇਵਾਂ, ਐਸਾ ਕੁਝ ਅੱਜ ਵੀ ਘਰਾਂ ਦੇ ਅੰਦਰ ਵਾਪਰਦਾ ਹੈ। ਇਹ ਸਭ ਕੁਝ ਜਿਹੜਾ ਹੈ ਨਾ ਕਰਮੋਂ ਆਪਣੇ ਅੰਦਰੋਂ ਕਿਉਂ ਕਹਿ ਰਹੀ ਹੈ? ਬਸ ਕੇਵਲ ਤੇ ਕੇਵਲ ਪਦਾਰਥ ਸਾਡੇ ਘਰ ਵਿੱਚ ਆਂਦੇ, ਕਹਿੰਦੇ ਵੀ ਖਾਲੀ ਰਹਿ ਗਏ ਤੇ ਬੈਠੇ ਰਹੋ ਖਾਲੀ। ਹੁਣ ਘਰ ਦੇ ਵਿੱਚ ਤੁਹਾਡੇ ਕੋਲ ਕਿਸੇ ਨਹੀਂ ਆਣਾ। ਲੈ ਗਏ ਅਨੁਜ ਸੇ ਕਾਟੇ ਜਈ ਬੋਵਤੀ। ਕਿਉਂਕਿ ਕੰਡੇ ਤੁਹਾਡੇ ਬੀਜੇ ਹੋਏ ਨੇ। ਸੇਵਾ ਛੋਟਾ ਕਰਕੇ, ਅਨੁਜ ਤੋਂ ਭਾਵ ਛੋਟਾ ਸੇਵਾ ਕਰਕੇ ਸਭ ਕੁਝ ਲੈ ਗਿਆ, ਕੰਡੇ ਤੁਸੀਂ ਹੀ ਬੀਜੇ ਹਨ। ਅਨਗਨ ਧਨ ਆਵੇ ਜਨ ਗਨ ਮਨ ਭਾਵੈ। ਕਿਉਂਕਿ ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਨੇ ਤੇ ਬਹੁਤ ਸਾਰਾ ਧਨ ਪਦਾਰਥ ਉਹਨਾਂ ਦੇ ਘਰ ਵਿੱਚ ਆ ਰਿਹਾ ਹੈ। ਮੋਦ ਮੈਂ ਸਮਾਵੇ ਹਮ ਦੀਨ ਹੋਏ ਰੋਵਤੇ। ਕਿਉਂਕਿ ਉਹ ਤਾਂ ਖੁਸ਼ੀ ਵਿੱਚ ਸਮਾਉਂਦੇ ਨੇ ਤੇ ਅਸੀਂ ਗਰੀਬਾਂ ਦੀ ਤਰ੍ਹਾਂ ਰੋ ਰਹੇ ਹਾਂ। ਮੋਦ ਤੇ ਦੀਨ, ਅਸੀਂ ਦੀਨ ਹੋ ਕੇ ਰੋ ਰਹੇ ਹਾਂ ਤੇ ਉਹ ਖੁਸ਼ੀ ਦੇ ਅੰਦਰ ਫਿਰਦੇ ਹਨ, ਖੁਸ਼ੀ ਦੇ ਅੰਦਰ ਸਮਾਉਂਦੇ ਨਹੀਂ। ਭਈ ਵਿਪਰੀਤ ਮਹਾਜਰੀ ਹੁਣ ਜਾਏ ਜੀਤ। ਕਿਉਂਕਿ ਇਹ ਬੜੀ ਵੱਡੀ ਉਲਟੀ ਗੱਲ ਹੋਈ। ਵਿਪਰੀਤ ਤੋਂ ਭਾਵ ਰੀਤ ਦੇ ਉਲਟ ਹੋ ਗਿਆ ਹੈ ਤੇ ਹੁਣ ਸਾਡੇ ਕੋਲੋਂ, ਮੇਰੇ ਕੋਲੋਂ ਤਾਂ ਖਾਸ ਤੌਰ ਤੇ ਇਹ ਜਰੀ ਨਹੀਂ ਜਾਂਦੀ। ਮੈਂ ਇਹਨੂੰ ਜਰ ਨਹੀਂ ਸਕਦੀ, ਮੈਂ ਇਹਨੂੰ ਜਿਹੜਾ ਹੈ ਨਾ ਬਿਲਕੁਲ ਜਿਹੜਾ ਹੈ ਹੁਣ ਨਹੀਂ ਮੰਨ ਸਕਦੀ, ਮੇਰੇ ਕੋਲੋਂ ਨਹੀਂ ਜਰਿਆ ਜਾ ਸਕਦਾ। ਤੁਮਰੀ ਅਨੀਤ ਹੀਰ ਸੁਖ ਮੈਂ ਨ ਸੋਵਤੇ। ਕਿਉਂਕਿ ਉਹ ਸੁੱਖਾਂ ਦੇ ਅੰਦਰ ਵਿਚਰ ਰਹੇ ਨੇ
ਤੇ ਅਸੀਂ ਸੁੱਖ ਵਿੱਚ ਨਹੀਂ ਸੌਂ ਸਕਦੇ। ਸਾਡੀ ਜਿਹੜੀ ਹਾਲਤ ਬਣੀ ਹੋਈ ਹੈ, ਭਾਰ ਜਾ ਬਿਲੋਕ ਕੈ ਨਾ ਸ਼ੋਕ ਵਿੱਚ ਓਕ ਕੈ। ਕਹਿੰਦੇ ਨੇ ਆਪਣੀ ਘਰ ਵਾਲੀ ਨੂੰ ਸ਼ੋਕ ਵਿੱਚ ਵੇਖ ਕੇ, ਦੁੱਖ ਵਿੱਚ ਵੇਖ ਕੇ ਹੁਣ ਫਿਰ ਪ੍ਰਿਥੀ ਚੰਦ ਨੇ ਪੈਂਤੜਾ ਬਦਲਿਆ, ਕਿਉਂਕਿ ਜੋ ਬਚਨ ਕਹਿ ਦਿੱਤੇ ਕਰਮੋਂ ਨੇ ਉਹਨਾਂ ਨੂੰ ਸੁਣਿਆ, ਤੇ ਹੁਣ ਉਹ ਨਹੀਂ ਚਾਹੁੰਦਾ ਇਹ ਝਗੜਾ ਹੋਰ ਵਧੇ ਜਾਂ ਮੈਨੂੰ ਕਬੂਲ ਹੋਰ ਕਰਮੋਂ ਦੇ ਸੁਣਨੇ ਪੈਣ। ਹੁਣ ਉਹਨੇ ਆਪਣੇ ਵੱਲੋਂ ਬੜੇ ਪਿਆਰ ਨਾਲ ਅਗਲੀ ਗੱਲ ਆਰੰਭ ਕੀਤੀ। ਸੋ ਕਰਨ ਪ੍ਰਸੰਨ ਤਿਸ ਬਾਗ ਕੋ ਬਖਾਨਿਓ। ਕਹਿੰਦੇ ਨੇ ਆਪਣੀ ਘਰਵਾਰੀ ਨੂੰ ਪ੍ਰਸੰਨ ਕਰਨ ਵਾਸਤੇ ਪ੍ਰਿਥੀ ਚੰਦ ਨੇ ਬਚਨ ਕੀਤਾ, ਚਿੰਤਾ ਚਿਤ ਚੂਰ ਕਰ ਦੁਖ ਕੋ ਬਿਦਾਰ ਦੂਰ। ਆਖਣ ਲੱਗਾ ਚਿੰਤਾ ਨੂੰ ਚੂਰ ਕਰ ਦੇ, ਭਾਵ ਖਤਮ ਕਰ ਦੇ, ਤੇ ਜਿਹੜਾ ਤੇਰੇ ਅੰਦਰ ਹੈ ਨਾ ਦੁੱਖ ਇਹਨੂੰ ਬਿਦਾਰ ਦੇ, ਭਾਵ ਇਹਨੂੰ ਵੀ ਦੂਰ ਕਰ ਦੇ। ਜਾਨੀਏ ਨਾ ਕੂਰ ਲਿਓ ਸਾਚ ਮਨ ਮਾਨਿਓ। ਪਰ ਪਹਿਲਾਂ ਹੀ ਇੱਕ ਗੱਲ ਕਹਿ ਦਿੱਤੀ ਵੀ ਮੇਰੀ ਗੱਲ ਜਿਹੜੀ ਝੂਠੀ ਨਾ ਸਮਝੀ, ਮੈਂ ਜੋ ਕਹਿ ਰਿਹਾ ਸੱਚ ਕਹਿ ਰਿਹਾ। ਪ੍ਰਿਥੀ ਚੰਦ ਕਹਿੰਦਾ ਵੀ ਜਿਹੜਾ ਤੇਰੀ ਚਿੰਤਾ ਨੂੰ ਕਹਿੰਦਾ ਦੂਰ ਕਰ, ਦੁੱਖ ਨੂੰ ਦੂਰ ਕਰ, ਕਿਵੇਂ ਕਰ? ਵੀ ਜਿਹੜੀ ਮੈਂ ਤੈਨੂੰ ਗੱਲ ਕਹਿ ਰਿਹਾ ਹਾਂ ਇਹ ਝੂਠੀ ਨਹੀਂ, ਇਹ ਗੱਲ ਮੈਂ ਤੈਨੂੰ ਸੱਚੀ ਕਰ ਰਿਹਾ ਹਾਂ। ਜੀਵਤ ਹੈ ਜਾਵਤ ਸੋ ਪਾਵਤ ਉਪਾਏ ਨ ਕੋ। ਕਹਿੰਦਾ ਵੀ ਜਦੋਂ ਤੱਕ ਗੁਰੂ ਅਰਜਨ ਦੇਵ ਜੀ ਜਿੰਦੇ ਹਨ, ਉਪਾਇਨ ਇਹ ਭੇਟਾ ਉਹਨਾਂ ਦੇ ਘਰ ਵਿੱਚ ਜਾ ਰਹੀਆਂ ਨੇ, ਉਹ ਪ੍ਰਾਪਤ ਕਰ ਰਹੇ ਨੇ। ਸੰਮਤ ਕਿਤਿਕ ਹੋਏ ਅਰਜਨ ਹਾਨਿਓ। ਤੇ ਆਖਣ ਲੱਗਾ ਭਲੀਏ ਲੋਕੇ ਕਿੰਨੀ ਕੁ ਉਮਰ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ? ਬਹੁਤ ਘੱਟ ਉਮਰ, ਕਿੰਨੇ ਕੁ ਸਾਲ ਜਿਉ ਲੈਣਗੇ? ਆਖਣ ਲੱਗਾ ਬਹੁਤ ਘੱਟ ਇਹਨਾਂ ਦੀ ਉਮਰ ਹੈ, ਕੁਝ ਸਾਲ ਹੀ ਇਹਨਾਂ ਨੇ ਜਿੰਦੇ ਰਹਿਣਾ ਹੈ। ਜਨਮੈ ਨ ਸੁਤ ਮ੍ਰਿਤ ਪਾਸ਼ੇ ਹਮੈ ਹੋਏ ਹਿਤ। ਤੇ ਇਹਨਾਂ ਦੇ ਘਰ ਵਿੱਚ ਔਲਾਦ ਹੈ ਕੋਈ ਨਹੀਂ, ਤੇ ਜੋ ਕੁਝ ਇਹਨਾਂ ਦੇ ਘਰ ਵਿੱਚ ਹੈ ਜਿਹਨੂੰ ਵੇਖ ਵੇਖ ਕੇ ਤੂੰ ਦੁਖੀ ਹੋ ਰਹੀ ਹੈ, ਇਹ ਕੁਝ ਚਿਰ ਹੀ ਇਹਨਾਂ ਦਾ ਹੈ, ਬਾਅਦ ਵਿੱਚ ਇਹ ਸਾਡਾ ਹੀ ਬਣ ਜਾਣਾ। ਅੱਜ ਤੁਸੀਂ ਵੇਖਿਓ ਬਹੁਤ ਸਾਰੇ ਸ਼ਰੀਕਾਂ ਦੇ ਬੋਲ ਸੁਣ ਕੇ ਜਿਨ੍ਹਾਂ ਦੀ ਸੰਤਾਨ ਨਹੀਂ, ਜਾਂ ਜਿਹੜੇ ਸੰਤਾਨ ਕੋਲੋਂ ਦੁਖੀ ਹੁੰਦੇ ਨੇ, ਉਹ ਕਿਉਂ ਸਾਧ ਸੰਗਤ ਸੰਸਥਾਵਾਂ ਦੇ ਨਾਮ ਤੇ ਲਾ ਦਿੰਦੇ ਨੇ, ਜਾਂ ਧਾਰਮਿਕ ਅਸਥਾਨਾਂ ਦੇ ਨਾਮ ਤੇ ਜਾਇਦਾਦਾਂ ਲਾ ਦਿੰਦੇ ਨੇ? ਕਾਰਨ ਉਹਨਾਂ ਨੇ ਕਬੂਲ ਆਪਣੇ ਪਰਿਵਾਰਾਂ ਦੇ, ਆਪਣੇ ਭਰਾਵਾਂ ਦੇ, ਆਪਣੇ ਸ਼ਰੀਕਾਂ ਦੇ ਸੁਣੇ ਹੁੰਦੇ ਨੇ। ਮੈਂ ਬੇਨਤੀ ਕਰ ਰਿਹਾ, ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਪ੍ਰਿਥੀ ਚੰਦ ਕਹਿੰਦਾ ਹੈ ਵੀ ਇਹਨਾਂ ਦੀ ਉਮਰ ਕੋਈ ਬਹੁਤੀ ਦੇਰ ਨਹੀਂ। ਭਲੀਏ ਲੋਕੇ ਮਰਨ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੂੰ ਵੇਖ ਵੇਖ ਕੇ ਤੂੰ ਦੁਖੀ ਹੋ ਰਹੀ ਹੈ, ਇਹ ਸਾਡੀਆਂ ਹੀ ਬਣ ਜਾ ਰਹੀਆਂ ਨੇ, ਸਾਡੇ ਘਰ ਹੀ ਆ ਜਾਣੀਆਂ ਹਨ। ਪਾਵੇਂ ਗੁਰੇ ਆਈ ਕੁਝ ਪਦ ਹੈ ਮਹਾਨਿਓ। ਕਿਉਂਕਿ ਇਹਨਾਂ ਦੇ ਘਰ ਸੰਤਾਨ ਕੋਈ ਨਹੀਂ। ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ, ਗੁਰੂ ਨਾਨਕ ਨੇ ਕਿਰਪਾ ਕੀਤੀ ਹੋਈ ਹੈ, ਮਿਹਰਬਾਨ ਵਰਗਾ ਪੁੱਤਰ ਦਿੱਤਾ ਹੋਇਆ ਹੈ, ਤੇ ਜਦੋਂ ਇਹਨਾਂ ਦੀ ਮੌਤ ਹੋਵੇਗੀ ਉਸ ਤੋਂ ਬਾਅਦ ਸਾਡਾ ਪੁੱਤਰ ਮਿਹਰਬਾਨ ਹੀ ਗੁਰੂ ਬਣੇਗਾ, ਤੇ ਸਾਰਾ ਕੁਝ ਉਹਨੂੰ ਹੀ ਪ੍ਰਾਪਤ ਹੋਵੇਗਾ। ਆਨੰਦ ਕੇ ਆਨੰਦ ਬਿਨ ਵਸਤੂ ਬੁਲੰਦ ਗਾਨਾ। ਆਖਣ ਲੱਗੇ ਪੁੱਤਰ ਤੋਂ ਬਗੈਰ ਇਹ ਜਿਹੜੀਆਂ ਚੀਜ਼ਾਂ ਹਨ ਕੀ ਮੇਨਾ ਰੱਖਦੀਆਂ ਨੇ, ਇਹਨਾਂ ਦੀ ਕੀ ਕੀਮਤ ਹੈ? ਭਰਿਓ ਜੋ ਸਦਨ ਸਭ ਆਪਣੋ ਹੀ ਜਾਣੀਐ ਹੈ। ਕਿਉਂਕਿ ਇਹ ਜਿਹੜਾ ਘਰ ਭਰਿਆ ਹੋਇਆ ਨਾ ਭੇਟਾਵਾਂ ਦੇ ਨਾਲ, ਇਹ ਸਾਰਾ ਕੁਝ ਆਪਣਾ ਹੀ ਜਾਣ। ਮਾਲਕ ਨਾ ਔਰ ਬੈਠ ਠੌਰ ਜੇ ਸੰਭਾਰੈ ਸੋ। ਕਿਉਂਕਿ ਹੋਰ ਤਾਂ ਕੋਈ ਮਾਲਕ ਹੈ ਨਹੀਂ ਜਿਹੜਾ ਇਹਨਾਂ ਨੂੰ ਸੰਭਾਲੇਗਾ। ਜਾਂ ਤੇ ਹਮ ਲੇਹੇਂਗੇ ਨਾ ਦੇਹ ਆਣ ਮਾਨੀਐ ਹੈ। ਕਿਉਂਕਿ ਇਹ ਸਾਰਾ ਕੁਝ ਸਾਨੂੰ ਮਿਲੇਗਾ, ਇਸ ਗੱਲ ਤੇ ਰਤਾ ਭਰ ਵੀ ਸ਼ੰਕਾ ਨਾ ਕਰ। ਸਗਰੇ ਪਦਾਰਥ ਆਕਾਰਥ ਸਪੂਤ ਬਿਨਾ। ਕਿਉਂਕਿ ਪੁੱਤਰ ਤੋਂ ਬਗੈਰ, ਔਲਾਦ ਤੋਂ ਬਗੈਰ ਇਹ ਸਾਰੇ ਪਦਾਰਥ ਜਿਹੜੇ ਨੇ ਇਕਾਰਥ ਹਨ, ਵਿਅਰਥ ਹਨ। ਕਿਉਂਕਿ ਸਾਧ ਸੰਗਤ ਬੇਸ਼ੱਕ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਪੁੱਤਰ ਉੱਤੇ ਅੱਗੇ ਜਾ ਕੇ ਆਵੇਗਾ। ਅਨੇਕਾਂ ਵਾਰ ਉਹਨਾਂ ਕੀਤੇ, ਮਾਰਨ ਦਾ ਯਤਨ ਕੀਤਾ। ਕਿਉਂਕਿ ਇੱਕ ਵਿਦਵਾਨ ਨੇ ਬੜੀ ਸੁੰਦਰ ਗੱਲ ਕਹੀ ਹੈ। ਉਹ ਕਹਿੰਦੇ ਨੇ ਵੇਖੋ, ਕਿਸੇ ਵੀ ਬਲ ਦੀ ਅੱਗ ਦੇ ਉੱਤੇ ਪਾਣੀ ਪਾਓ ਤੇ ਅੱਗ ਬੁਝ ਜਾਂਦੀ ਹੈ,
ਪਰ ਉਹੋ ਹੀ ਪਾਣੀ ਚੂਨੇ ਦੇ ਵਿੱਚ ਪਾ ਦਿਓ ਤੇ ਚੂਨੇ ਵਿੱਚੋਂ ਅੱਗ ਨਿਕਲ ਆਉਂਦੀ। ਜਿੱਥੇ ਸਾਰਾ ਸਿੱਖ ਜਗਤ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਜਨਮ ਤੇ ਖੁਸ਼ ਹੋਵੇਗਾ, ਉੱਥੇ ਪ੍ਰਿਥੀ ਚੰਦ ਜਿਹੜਾ ਨਾ ਚੂਨੇ ਦੀ ਤਰ੍ਹਾਂ ਸੜੇਗਾ, ਉਸ ਦੇ ਅੰਦਰੋਂ ਅੱਗ ਨਿਕਲੇਗੀ। ਹਾਲੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਮਿਹਰਬਾਨ ਨੂੰ ਆਪਣੇ ਪੁੱਤਰਾਂ ਦੀ ਤਰ੍ਹਾਂ ਪਿਆਰ ਕਰਦੇ ਨੇ, ਉਹਨਾਂ ਨੂੰ ਆਪਣਾ ਪੁੱਤਰ ਸਮਝਦੇ ਨੇ, ਉਹਨਾਂ ਨੂੰ ਆਪਣਾ ਪਿਆਰ ਪੂਰਾ ਦਿੰਦੇ ਨੇ। ਪਰ ਸਾਧ ਸੰਗਤ ਦੂਜੇ ਪਾਸੇ ਪ੍ਰਿਥੀ ਚੰਦ ਦੀ ਭਾਵਨਾ ਆਪਾਂ ਸੁਣ ਰਹੇ ਹਾਂ। ਉਹ ਆਖਦਾ ਜੇ ਪੁੱਤਰ ਨਹੀਂ ਤੇ ਘਰ ਦੇ ਪਦਾਰਥ ਸਾਰੇ ਅਕਾਰਥ ਹਨ, ਕਿਉਂਕਿ ਸਾਡੇ ਕੋਲ ਰੱਬ ਨੇ ਜਿਹੜੀ ਚੀਜ਼ ਦਿੱਤੀ ਹੈ ਉਹ ਸਭ ਤੋਂ ਵੱਡੀ ਦਿੱਤੀ ਹੈ। ਹਮ ਕੋ ਸਕਾਰਥ ਬਣੈ ਪਹਿਚਾਨੀਐ, ਅਸੀਂ ਸਕਾਰਥੇ ਹਾਂ ਕਿਉਂਕਿ ਸਾਡੇ ਕੋਲ ਪੁੱਤਰ ਹੈ। ਕੋ ਦਿਨ ਵਡਾਈ ਜੋਰੋ ਹੀਰ ਕਹਿਣਾ ਜੋਰੋ ਤੇ, ਆਖਿਆ ਇਹ ਜਿਹੜੀ ਵਡਿਆਈ ਉਹਨਾਂ ਨੂੰ ਕੁਝ ਦਿਨ ਮਿਲੀ ਹੈ, ਇਹਨੂੰ ਵੇਖ ਕੇ ਈਰਖਾ ਨਾ ਕਰੋ, ਸੜੋ ਨਾ। ਯਾਰਹੀਨ ਯਾਰ ਕਿਸ ਕਾਜ ਕੀ ਬਗਾਨੀਆ ਹੈ, ਕਿਉਂਕਿ ਇਹ ਜਿਹੜਾ ਜ਼ਰ ਹੈ, ਇਹ ਜੋ ਕੁਝ ਵੀ ਉਹਨਾਂ ਦੇ ਕੋਲ ਹੈ ਧਨ ਪਦਾਰਥ, ਇਹ ਸਾਰਾ ਕੁਝ ਸਮਝ ਲਓ ਉਹਨਾਂ ਦੇ ਕੋਲ ਬੇਗਾਨਾ ਹੈ। ਜੇ ਪੁੱਤਰ ਨਹੀਂ ਤੇ ਕਿੰਨੇ ਸੰਭਾਲਣਾ ਹੈ। ਸਵਈਆ ਜੋ ਪ੍ਰਥੀਏ ਕਹਿ ਧੀਰਜ ਦੀਨਸ, ਹੋਏ ਸੁਚੇਤ ਸੁਚਿੰਤ ਤ੍ਰਿਜੀਆ। ਕਹਿੰਦੇ ਨੇ ਜਿਹੜਾ ਧੀਰਜ ਪ੍ਰਿਥੀ ਚੰਦ ਨੇ ਦਿੱਤਾ, ਉਹਨੂੰ ਸੁਣ ਕੇ ਕਰਮੋਂ ਨੂੰ ਥੋੜਾ ਜਿਹਾ ਧੀਰਜ ਆਇਆ ਤੇ ਥੋੜੀ ਜੀ ਚਿੰਤਾ ਉਹਨੇ ਆਪਣੇ ਅੰਦਰੋਂ ਦੂਰ ਕੀਤੀ। ਬੀਤ ਗਈ ਅਬ ਹਾਥ ਨਾ ਆਵਤ, ਪਾਸ਼ਲ ਬਾਤ ਨਾ ਯਾਦ ਕਰੀਜਾ। ਆਖਣ ਲੱਗਾ ਜਿਹੜੀ ਪਿੱਛੇ ਬੀਤ ਗਈ ਵੀ ਨਹੀਂ ਸੇਵਾ ਕਰ ਸਕੇ, ਨਹੀਂ ਗੁਰਿਆਈ ਲੈ ਸਕੇ, ਉਹਨੂੰ ਯਾਦ ਨਾ ਕਰ। ਹੁਣ ਆਉਣ ਵਾਲਾ ਜਿਹੜਾ ਸਮਾਂ ਨਾ ਉਸ ਦੀ ਉਡੀਕ ਕਰ। ਜਿਹੜਾ ਪਿੱਛੇ ਬੀਤ ਗਿਆ ਉਸ ਦੀ ਗੱਲ ਨਾ ਕਰ, ਆਉਣ ਵਾਲੇ ਸਮੇਂ ਦੀ ਗੱਲ ਕਰ। ਆਪਣੇ ਸੰਗਤ ਤੇ ਬਿਤ ਆਵਤ, ਲੇਖਰ ਚੋਪਟ ਵਿਚਾਰ ਬਨੀਜਾ। ਹਾਂ, ਜਿਹੜੇ ਸਾਡੇ ਪ੍ਰੇਮੀ ਸ਼ਰਧਾਲੂ ਹਨ ਉਹਨਾਂ ਕੋਲੋਂ ਜਿਹੜੀ ਭੇਟਾ ਆਂਦੀ ਹੈ, ਹੁਣ ਤਾਂ ਕੁਝ ਦਿਨ ਉਸ ਉੱਤੇ ਹੀ ਗੁਜ਼ਾਰਾ ਕਰਨਾ ਪਵੇਗਾ। ਜੇਰ ਜਵੇਹਰ ਜਵਾ ਜੇਵਰ ਕੋ ਕਰ, ਤੇਵਰ ਜੇਹਰ ਕੋਜ ਪਹਿਰੀਜਾ। ਆਖਣ ਲੱਗਾ ਬੇਸ਼ੱਕ ਜਿੰਨਾ ਮਰਜੀ ਗਹਿਣਾ ਬਣਾ, ਜਿੰਨੇ ਮਰਜੀ ਸੁੰਦਰ ਕੱਪੜੇ ਬਣਾ, ਜਿਹੋ ਜੈ ਗੰਗਾ ਜੀ ਦੇ ਕੋਲ ਹਨ ਕਰਮੋ, ਤੂੰ ਵੀ ਉਹੋ ਜੈ ਆਪਣੇ ਜੀਵਨ ਦੇ ਅੰਦਰ ਬਸਤਰ ਹੰਡਾ, ਕਿਉਂਕਿ ਸਾਡੇ ਕੋਲ ਵੀ ਧਨ ਪਦਾਰਥ ਦੀ ਕਮੀ ਨਹੀਂ। ਦੋਹਰਾ ਇਤਿਆਦਿਕ ਕਹਿਤੀਏ ਕੋ, ਕਰ ਪ੍ਰਸੰਨ ਤਿਹ ਜੀਓ। ਆਖਿਆ ਆਪਣੀ ਘਰਵਾਰੀ ਨੂੰ ਇਹੋ ਜੀਆਂ ਗੱਲਾਂ ਕਰਕੇ ਕਵੀ ਜੀ ਕਹਿੰਦੇ ਨੇ ਪ੍ਰਿਥੀ ਚੰਦ ਨੇ ਖੁਸ਼ ਕਰ ਲਿਆ। ਰਲ ਕੀਨਸ ਕੋਰੇ ਰਲੇ, ਹੋਏ ਨਿਸ਼ਚੈ ਲਖ ਲੀਓ। ਇੱਕ ਅੱਖਰ ਬਾਣੀ ਵਿੱਚ ਆਂਦਾ ਦੁਸ਼ਟ ਸਭਾ ਤੇ ਇੱਕ ਆਂਦਾ ਸੰਤ ਸਭਾ। ਸਾਧ ਸੰਗਤ ਜਿੱਥੇ ਦੁਸ਼ਟ ਮਿਲਣਗੇ ਉਹ ਗੱਲਾਂ ਉਹੋ ਜੀਆਂ ਕਰਨਗੇ, ਜਿੱਥੇ ਸੰਤ ਮਿਲਣਗੇ ਉਹ ਗੱਲਾਂ ਉਹੋ ਜੀਆਂ ਕਰਨਗੇ। ਦੁਸ਼ਟਾਂ ਦੀਆਂ ਗੱਲਾਂ ਦੁਸ਼ਟਾਂ ਵਾਰੀਆਂ ਹੋਣਗੀਆਂ, ਸੰਤਾਂ ਦੀਆਂ ਗੱਲਾਂ ਸੰਤਾਂ ਵਾਰੀਆਂ ਹੋਣਗੀਆਂ। ਬਾਣੀ ਵਿੱਚ ਦੁਸ਼ਟਾਂ ਦੀ ਗੱਲ ਵੀ ਆਈ, ਦੁਸ਼ਟ ਸਭਾ ਵੀ ਕਿਹਾ ਹੈ ਤੇ ਸੰਤ ਸਭਾ ਵੀ ਕਿਹਾ ਹੈ। ਹੁਣ ਦੇਖੋ ਇਹਨਾਂ ਦੋਵਾਂ ਨੇ ਅੰਦਰ ਈਰਖਾ ਹੈ, ਅੰਦਰ ਸਾਧ ਸੰਗਤ ਜਨਮ ਦੀ ਸ਼ਕਤੀ ਨਹੀਂ, ਪਰ ਇਹਨਾਂ ਨੇ ਗੱਲਾਂ ਬਾਤਾਂ ਕਰਕੇ ਆਪਣੇ ਆਪ ਨੂੰ ਧੀਰਜ ਦੇ ਲਿਆ ਤੇ ਕਹਿੰਦੇ ਨੇ ਆਪਣੇ ਆਪ ਹੀ ਗੱਲਾਂ ਕਰ ਕਰਕੇ ਖੁਸ਼ ਹੋ ਰਹੇ ਨੇ। ਤੇ ਕਰਮੋਂ ਇਉਂ ਸਮਝ ਰਹੀਏ ਕਿ ਜੋ ਕੁਝ ਪ੍ਰਿਥੀ ਚੰਦ ਨੇ ਕਿਹਾ ਇਹ ਸੱਤ ਹੋ ਜਾਣਾ ਹੈ। ਬੁਰਾ ਚਿਤਵ ਕਰਿਆ ਪਰ ਕੋ ਆਪਣੇ ਆਨੰਦ ਠਾਣ। ਕਹਿੰਦੇ ਨੇ ਜਿਹੜਾ ਬੰਦਾ ਦੂਜੇ ਦਾ ਬੁਰਾ ਚਿਤਵਦਾ ਹੈ, ਸਮਝ ਲਓ ਆਪਣਾ ਹੀ ਉਹ ਨੁਕਸਾਨ ਕਰਦਾ ਹੈ। ਬੇਸ਼ੱਕ ਬੁਰਾ ਚਿਤਵਨ ਵਾਲੇ ਨੂੰ ਇਸ ਗੱਲ ਦਾ ਗਿਆਨ ਨਹੀਂ, ਇਸੇ ਵਾਸਤੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ। ਹਮ ਨੀ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਕਿਉਂਕਿ ਕਬੀਰ ਹਮ ਤੇ ਸਭ ਭਲੇ, ਹਮ ਸਭ ਤੇ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਿਉਂਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਹੁਣ ਸਾਧ ਸੰਗਤ ਇਹਨਾਂ ਨੇ ਆਪਸ ਵਿੱਚ ਵਿਚਾਰਾ ਕੀਤੀਆਂ, ਬੁਰਾ ਚਿਤਵਰੈ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੰਬੰਧ ਵਿੱਚ। ਪਰ ਕਹਿੰਦੇ ਨੇ ਬੁਰਾ ਚਿਤਵਨ ਵਾਲਾ
ਦੂਜੇ ਦਾ ਬੁਰਾ ਨਹੀਂ ਕਰ ਸਕਦਾ, ਬਲਕਿ ਆਪਣਾ ਹੀ ਬੁਰਾ ਕਰਦਾ ਹੈ। ਇਸ ਵਾਸਤੇ ਰਹੀਮ ਵਰਗੇ ਕਵੀਆਂ ਨੇ ਵੀ ਕਹਿ ਦਿੱਤਾ, ਰਹੀਮ ਆਖਦਾ ਹੈ, ਜੋ ਤੋਕੋ ਕਾਂਟੇ ਬੂਏ ਤਾਹੇ ਬੂਏ ਤੋਂ ਫੂਲ, ਤੋਹੀ ਫੂਲ ਕੋ ਫੂਲ ਹੈ, ਬਾਕੋ ਹੈ ਤਰਸੂਲ। ਜਿਹੜਾ ਤੇਰੇ ਵਾਸਤੇ ਕੰਡੇ ਬੀਜਦਾ ਹੈ, ਤੂੰ ਕੰਡੇ ਨਹੀਂ ਫੁੱਲ ਬੀਜ, ਤੇਰੇ ਵਾਸਤੇ ਫੁੱਲ ਫੁੱਲ ਹੋਣਗੇ। ਪਰ ਜਿਹੜਾ ਕੰਡੇ ਬੀਜਣ ਵਾਲਾ ਹੈ, ਕੰਡੇ ਉਸ ਵਾਸਤੇ ਕੰਡੇ ਹੀ ਸਾਬਤ ਹੋਣਗੇ। ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਬੁਰਾ ਚਿਤਵਦੇ ਨੇ ਮਨ ਅੰਦਰ ਬੜਾ ਖੁਸ਼ ਹੁੰਦੇ ਹਨ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਬੁਰਾ ਚਿਤਵਨ ਵਾਲੇ ਦਾ ਬੁਰਾ ਹੀ ਹੁੰਦਾ ਹੈ। ਪ੍ਰਭੂ ਵਿਪਰਜੈ ਕਰਤ ਤਿਸ, ਇਹ ਤੋ ਬਿਦਤ ਜਹਾਨ। ਕਿਉਂਕਿ ਵਾਹਿਗੁਰੂ ਪਰਮਾਤਮਾ ਜਿਹੜਾ ਨਾ ਉਸ ਤੋਂ ਉਲਟ ਹੀ ਕਰਦਾ। ਇਹ ਗੱਲ ਜਗਤ ਦੇ ਵਿੱਚ ਬੜੀ ਪ੍ਰਸਿੱਧ ਹੈ। ਦੋਹਰਾ ਦਾਸੀ ਪ੍ਰਿਥੀਏ ਕੀ ਸੁਨਤਾ, ਦੰਪਤ ਕੇ ਸਭ ਬੈਣ। ਪ੍ਰਿਥੀ ਚੰਦ ਦੀ ਦਾਸੀ ਨੇ ਇਹ ਬਚਨ ਸਾਰੇ ਜਿਹੜੇ ਸਾਧ ਸੰਗਤ ਦੋਵਾਂ ਦੇ ਵਿੱਚ ਹੋਏ, ਕਰਮੋਂ ਦੇ ਵਿੱਚ ਤੇ ਪ੍ਰਿਥੀ ਚੰਦ ਦੇ ਵਿੱਚ, ਇਹਨਾਂ ਨੂੰ ਸੁਣਿਆ ਹੈ। ਮਨ ਪ੍ਰਸੰਨ ਅਤ ਹੀ ਪਈ, ਕਰ ਵਿਚਾਰ ਦਿਨ ਰੈਣ। ਬੜੀ ਮਨ ਵਿੱਚ ਪ੍ਰਸੰਨ ਹੋਈ ਹੈ ਕਿ ਅਸੀਂ ਵੀ ਗੁਰੂ ਬਣਾਂਗੇ, ਸਾਡਾ ਮਾਲਕ ਵੀ ਗੁਰੂ ਬਣੇਗਾ। ਬੜਾ ਪ੍ਰਸੰਨ ਹੋਈ ਪ੍ਰਿਥੀ ਚੰਦ ਦੀ ਦਾਸੀ, ਤੇ ਦਿਨ ਰਾਤ ਮਨ ਦੇ ਅੰਦਰ ਇਹ ਗੱਲਾਂ ਵਿਚਾਰਦੀ ਰਹਿੰਦੀ, ਬੜਾ ਖੁਸ਼ ਹੁੰਦੀ ਹੈ। ਸ੍ਰੀ ਗੁਰੂ ਅਰਜੁਨ ਕੀ ਹਤੀ, ਇੱਕ ਦਾਸੀ ਬੁੱਧਵਾਨ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਵਿੱਚ ਵੀ ਇੱਕ ਬਹੁਤ ਅਕਲਮੰਦ ਦਾਸੀ, ਜਿਹੜੀ ਬੜੀ ਧੀਰਜ ਵਾਲੀ ਸੀ। ਕਿਉਂਕਿ ਸਾਧ ਸੰਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ, ਕਬੀਰ ਕੂਕਰ ਕੀ ਸਾਖਤ ਕੀ ਮਾਂ ਜਿਹੜੀ ਨਾ ਉਹ ਜਿਹੜੀ ਹੈ ਬੁਰੀ ਹੈ, ਪਰ ਜਿਹੜੀ ਰੱਬ ਦੇ ਪਿਆਰੇ ਦੇ ਘਰ ਵਿੱਚ ਇੱਕ ਕੁੱਤੀ ਰਹਿਣ ਵਾਲੀ ਨਾ ਉਹ ਚੰਗੀ ਹੈ। ਕਬੀਰ ਬੈਸਨੋ ਕੀ ਕੂਕਰ ਭਰੀ, ਸਾਖਤ ਕੀ ਬੁਰੀ ਮਾਏ, ਉਹ ਸੁਨੈ ਨਿਤ ਹਰ ਜਸ, ਉਹ ਪਾਪ ਵਿਸਾਹਨ ਜਾਏ। ਵੇਖੋ, ਇੱਕ ਪਾਸੇ ਪ੍ਰਿਥੀ ਚੰਦ ਦੀ ਦਾਸੀ ਚਲਾਕ, ਮਾੜੀਆਂ ਗੱਲਾਂ ਸੁਣ ਕੇ ਬੜੀ ਮਨ ਦੇ ਅੰਦਰ ਖੁਸ਼, ਤੇ ਦੂਜੇ ਪਾਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਵਿੱਚ ਰਹਿਣ ਵਾਲੀ, ਮਾਤਾ ਗੰਗਾ ਦੀ ਸੰਗਤ ਕਰਨ ਵਾਲੀ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੰਗਤ ਕਰਨ ਵਾਲੀ ਵੀ ਦਾਸੀ ਹੈ। ਦਾਸੀ ਉਹ ਵੀ ਹੈ, ਦਾਸੀ ਉਹ ਵੀ ਹੈ, ਪਰ ਧਿਆਨ ਦੇਵਿਓ, ਉਹ ਮਾੜੀਆਂ ਗੱਲਾਂ ਸੁਣ ਕੇ ਖੁਸ਼ ਹੈ ਕਿ ਸਾਡੇ ਉੱਤੇ ਉਹ ਸਮਾਂ ਆਵੇ। ਤੇ ਇੱਧਰ ਦਾਸੀ ਜਿਹੜੀ ਬੁੱਧਵਾਰ ਹੈ ਨਾ, ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਵਿੱਚ ਸੇਵਾ ਕਰਨ ਵਾਲੀ। ਤੇ ਸੋ ਕਹਿਓ ਪ੍ਰਸੰਗ ਸਭ, ਜਿਤਨੋ ਕੀਨ ਬਖਾਨ। ਇਹ ਸਾਰਾ ਪ੍ਰਸੰਗ ਪ੍ਰਿਥੀ ਚੰਦ ਦੀ ਦਾਸੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦਾਸੀ ਨੂੰ ਸਾਰਾ ਜੋ ਜੋ ਗੱਲਾਂ ਉਹਨਾਂ ਦੇ ਵਿੱਚ ਹੋਈਆਂ, ਉਹ ਸਾਰੀਆਂ ਦੱਸ ਦਿੱਤੀਆਂ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੇ ਇੱਕ ਬਚਨ ਆਪਣੇ ਵਖਿਆਨ ਦੇ ਵਿੱਚ ਕਿਹਾ ਹੈ। ਕਹਿੰਦੇ ਨੇ, ਮੇਰਾ ਇੱਕ ਮਿੱਤਰ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਮਸਕੀਨ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ, ਪਰ ਇਹ ਕਿਸੇ ਹੋਰ ਨੂੰ ਨਾ ਦੱਸਿਓ। ਮਸਕੀਨ ਜੀ ਕਹਿਣ ਲੱਗੇ ਵੀ ਜਿਹੜੀ ਗੱਲ ਤੇਰੇ ਅੰਦਰ ਨਹੀਂ ਟਿਕ ਰਹੀ ਤੇ ਪਿਆਰਿਆ ਤੇਰੇ ਨਾਲ ਸੰਬੰਧਿਤ ਹੈ, ਉਹ ਮੇਰੇ ਅੰਦਰ ਕਿਵੇਂ ਟਿਕੇਗੀ? ਤੂੰ ਕਿਰਪਾ ਕਰ ਤੇ ਮੈਨੂੰ ਇਹ ਗੱਲ ਨਾ ਸੁਣਾ, ਕਿਉਂਕਿ ਮੇਰੇ ਅੰਦਰ ਕੋਈ ਨਹੀਂ ਟਿਕਣੀ। ਅੱਜ ਤੁਸੀਂ ਵੇਖੋ, ਹਰ ਬੰਦਾ, ਭਾਵੇਂ ਉਹ ਭੈਣ ਹੈ ਭਾਵੇਂ ਵੀਰ ਹੈ, ਗੱਲ ਕਰਦਾ ਹੈ ਪਰ ਡਰਦਾ ਵੀ ਹੈ ਵੀ ਅੱਗੇ ਕਿਸੇ ਨੂੰ ਦੱਸੀ ਨਾ। ਭਲਾ ਇਹ ਦੱਸੋ ਵੀ ਜਿਹੜੀ ਗੱਲ ਅੱਜ ਤੱਕ ਕਿਸੇ ਨੂੰ ਕਿਸੇ ਨੇ ਦੱਸੀ ਹੈ, ਕਿਹੜਾ ਹੈ ਜਿਹਨੇ ਆਪਣੇ ਅੰਦਰ ਸੰਭਾਲ ਕੇ ਰੱਖੀ? ਕਿਹੜਾ ਹੈ? ਸਾਧ ਸੰਗਤ ਨਹੀਂ ਰਹਿੰਦੀ। ਅੰਦਰ ਗਈ ਹੋਈ ਗੱਲ ਜਦੋਂ ਤੱਕ ਬਾਹਰ ਨਹੀਂ ਨਿਕਲਦੀ, ਤੇ ਸਾਧ ਸੰਗਤ ਇੱਕ ਕੋਲੋਂ ਬਾਹਰ ਨਿਕਲੀ ਤੇ ਫਿਰ ਜਗਤ ਵਿੱਚ ਗਈ, ਫਿਰ ਸੰਸਾਰ ਵਿੱਚ ਗਈ। ਹੁਣ ਬੀਬੀ ਕਰਮੋਂ ਦੀ ਦਾਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਵਿੱਚ ਰਹਿਣ ਵਾਲੀ, ਮਾਤਾ ਗੰਗਾ ਦੀ ਸੰਗਤ ਕਰਨ ਵਾਲੀ ਦਾਸੀ ਨੂੰ ਸਾਰੀ ਗੱਲ ਸੁਣਾਉਂਦੀ ਏ, ਜਿਹੜੀ ਉਸ ਦੇ ਅੰਦਰ ਭਰੀ ਪਈ ਸੀ। ਉਹਨੇ ਸਾਰਾ ਕੁਝ ਦੱਸਿਆ। ਪ੍ਰਿਥੀਏ ਨਿਜ ਤੇ ਨਿਕਟ ਹੋਏ, ਗੁਰੂ ਅਰਜਨ ਪਰ ਕੂਪ। ਕਹਿੰਦੀ ਵੀ ਮੇਰਾ ਜਿਹੜਾ ਨਾ ਮਾਲਕ ਪ੍ਰਿਥੀ ਚੰਦ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉੱਤੇ ਹੋ ਗਿਆ ਕੋਪ।
ਕੋਪ ਤੋਂ ਪਾਪ ਗੁੱਸੇ ਹੋ ਗਿਆ ਹੈ। ਦਿਓ ਸਰਾਪ ਸੁਤ ਹੋਏ ਨਹ ਇਹ ਰਾਖੋ ਉਰ ਗੋਪ। ਇਹ ਸਰਾਪ ਉਹਨਾਂ ਨੇ ਦੇ ਦਿੱਤਾ ਹੈ ਕਿ ਉਹਨਾਂ ਦੇ ਘਰ ਵਿੱਚ ਪੁੱਤਰ ਨਹੀਂ ਹੋਵੇਗਾ। ਇਹ ਸਰਾਪ ਪ੍ਰਿਥੀ ਚੰਦ ਨੇ ਦੇ ਦਿੱਤਾ ਹੈ। ਵੈਸੇ ਮੈਂ ਬੇਨਤੀ ਕਰਾਂ, ਵਰ ਸਰਾਪ ਗੁਰਮਤਿ ਦੇ ਅੰਦਰ ਨਹੀਂ, ਵਰ ਸਰਾਪ ਗੁਰਮਤਿ ਦੇ ਅੰਦਰ ਨਹੀਂ। ਇੱਥੇ ਕਿਰਪਾ ਹੈ, ਇੱਥੇ ਬਖਸ਼ਿਸ਼ ਹੈ। ਤੇ ਯਾ ਸਹਿ ਸੁਭਾਏ, ਰੱਬ ਦੇ ਪਿਆਰਿਆਂ ਦੇ ਮੂੰਹ ਤੋਂ ਨਿਕਲਿਆ ਹੋਇਆ ਜੋ ਬੋਲ ਹੈ ਨਾ, ਉਹ ਸਾਧ ਸੰਗਤ ਸਕਾਰਥਾ ਹੋ ਜਾਂਦਾ ਹੈ, ਸਕਾਰਥਾ ਹੋ ਜਾਂਦਾ ਹੈ। ਮੈਂ ਬੇਨਤੀ ਕਰ ਰਿਹਾ, ਵਰ ਸਰਾਫ ਦੀ ਕੋਈ ਗੱਲ ਨਹੀਂ, ਪਰ ਉਹ ਦਾਸੀ ਆਪਣੇ ਮਤ ਦੇ ਮੁਤਾਬਕ ਕਹਿ ਰਹੀ ਹੈ ਵੀ ਪ੍ਰਿਥੀ ਚੰਦ ਨੇ ਸਰਾਫ ਦੇ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਦੇ ਘਰ ਸੰਤਾਨ ਨਹੀਂ ਹੋਣੀ। ਪਰ ਨਾਲ ਹੀ ਦਾਸੀ ਕਹਿੰਦੀ ਹੈ ਵੀ ਇਹ ਗੱਲ ਗੋਪ ਰੱਖੀ। ਗੋਪ ਤੋਂ ਭਾਵ ਗੁਪਤ, ਇਹ ਗੱਲ ਲੁਕਾ ਕੇ ਰੱਖਣੀ, ਦੱਸਣੀ ਨਹੀਂ ਕਿਸੇ ਨੂੰ। ਭਾਵ ਇਹ ਗੱਲ ਤੂੰ ਆਪਣੇ ਤੱਕ ਰੱਖਣੀ, ਮੈਂ ਤੈਨੂੰ ਦੱਸ ਰਹੀ ਹਾਂ। ਸਕਲ ਪਦਾਰਥ ਹਮਲ ਹੈ ਜਬ ਗੁਰ ਮ੍ਰਿਤੂ ਕੋ ਪਾਏ। ਇਹ ਗੱਲ ਪ੍ਰਿਥੀ ਚੰਦ ਨੇ ਕਹੀ ਹੈ ਕਿ ਉਹਨਾਂ ਦੇ ਘਰ ਬੱਚਾ ਨਹੀਂ, ਉਹਨਾਂ ਸਾਰੇ ਪਦਾਰਥ ਸਾਡੇ ਘਰ ਵਿੱਚ ਆ ਜਾਂਦੇ ਨੇ ਜਦੋਂ ਗੁਰੂ ਅਰਜਨ ਦੇਵ ਜੀ ਅਕਾਲ ਚਲਾਣਾ ਕਰ ਜਾਣਗੇ। ਗੁਰੇ ਆਏ ਕੋ ਲੇਹ ਤਬ ਚਿੰਤਾ ਕਰੋ ਨਾ ਕਾਏ। ਤੇ ਉਹਨਾਂ ਨੇ ਆਪਣੀ ਘਰਵਾਰੀ ਨੂੰ ਇਹ ਵੀ ਗੱਲ ਕਹੀ ਹੈ, ਗੁਰਿਆਈ ਸਾਡੇ ਘਰ ਵਿੱਚ ਆਵੇਗੀ, ਕਿਸੇ ਗੱਲ ਦੀ ਚਿੰਤਾ ਨਾ ਕਰੋ। ਹੋਣਹਾਰ ਨਿਸ਼ਚੈ ਇਹ ਜਾਣੀ ਜਾਤ ਸੋ ਬਾਤ। ਤੇ ਇਹ ਗੱਲ ਜਿਹੜੀ ਹੈ ਹੋ ਜਾਣੀ ਹੈ, ਮੇਰੀ ਸਮਝ ਵਿੱਚ ਗੱਲ ਆ ਰਹੀ। ਦਾਸੀ ਕਹਿੰਦੀ ਜੋ ਪ੍ਰਿਥੀ ਚੰਦ ਨੇ ਕਿਹਾ ਉਹ ਸੱਤ ਹੋ ਜਾਣਾ ਹੈ। ਬੀਤੇ ਸੰਮਤ ਬਹੁਤ ਹੀ ਨਹਿ ਜਨਮਿਓ ਗ੍ਰਹਿ ਤਾਤ। ਉਹ ਆਖਦੀ ਵੀ ਤੂੰ ਵੀ ਸਿਆਣੀ, ਵੇਖ ਕਿੰਨੇ ਸਾਲ ਬੀਤ ਗਏ ਨੇ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਹੋਇਆ ਨੂੰ, ਪਰ ਇਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਹੋਈ। ਜਾਂ ਤੇ ਮਾਲਕ ਇਹੀ ਹੈ ਗੁਰਤਾ ਜੁਤ ਕਰ ਬਾਰ। ਇਸ ਵਾਸਤੇ ਮੈਨੂੰ ਤਬਾਰ ਹੈ, ਮੈਨੂੰ ਇਸ ਗੱਲ ਦਾ ਜਿਹੜਾ ਹੈ ਪੂਰਾ ਜਿਹੜਾ ਯਕੀਨ ਹੈ ਕਿ ਗੁਰਤਾ ਗੱਦੀ ਹੁਣ ਤੇ ਸਾਰਾ ਸਮਾਨ ਪ੍ਰਿਥੀ ਚੰਦ ਦੇ ਘਰ ਵਿੱਚ ਆ ਜਾਣੀ ਹੈ। ਹੈ ਅਪਰਨ ਕੋ ਪ੍ਰਾਪਤੀ ਦੇਖੋ ਹਿਰਦਾ ਵਿਚਾਰ। ਇਹ ਗੱਲ ਹਿਰਦੇ ਵਿੱਚ ਵਿਚਾਰ ਕੇ ਵੇਖ ਲਓ, ਹੋਰ ਕਿਸੇ ਨੂੰ ਇਹ ਗੁਰਿਆਈ ਪ੍ਰਾਪਤ ਨਹੀਂ ਹੋਵੇਗੀ। ਸੋਰਠਾ ਗੁਰਦਾਸੀ ਸੁਨ ਬੈਣ ਨੈਣ ਭਰੇ ਜਲ ਕਹਿਤ ਇਮ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦਾਸੀ ਨੇ ਇਹ ਬਚਨ ਸੁਣੇ ਤੇ ਅੱਖਾਂ ਵਿੱਚ ਪਾਣੀ ਭਰ ਆਇਆ ਵੀ ਇਹ ਬਚਨ ਪ੍ਰਿਥੀ ਚੰਦ ਨੇ ਕੀ ਕਹਿ ਦਿੱਤੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ। ਦੇ ਪ੍ਰਭ ਸੁਤ ਗੁਰੈਣ ਗੁਰਤਾ ਇਨਕੇ ਹੋਏ ਕਿਮ। ਆਖਿਆ ਦਾਸੀ ਨੂੰ ਵੀ ਤੂੰ ਇਹ ਗੱਲਾਂ ਮਨ ਵਿੱਚੋਂ ਕੱਢ ਦੇ, ਗੁਰੂ ਘਰ ਵਿੱਚ ਸੁਖ ਵਰਤੇਗਾ ਤੇ ਗੁਰੂ ਘਰ ਇਹਨਾਂ ਨੂੰ ਸਭ ਕੁਝ ਦੇਵੇਗਾ। ਗੁਰਿਆਈ ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚ ਹੀ ਰਵੇਗੀ। ਅਜੋ ਨ ਜਰਾ ਅਰੂੜ ਦੰਪਤ ਕੀ ਬਹਿ ਤਰੁਣਾ। ਇਹ ਦਾਸੀ ਨੇ ਗੱਲ ਕਹੀ ਵੀ ਅਜੇ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਬੁੱਢੇ ਨਹੀਂ ਹੋ ਗਏ, ਭਾਵ ਅਜੇ ਉਹਨਾਂ ਦੀ ਉਮਰ ਜਿਹੜੀ ਹੈ ਉਹ ਜਵਾਨੀ ਦੀ ਹੈ। ਮਤਸਰ ਅਗਨੀ ਗੂੜ ਜਰਤ ਮਰਦ ਕਹਿ ਦੁਰਬਚਨ। ਤੇ ਦਾਸੀ ਨੇ ਕਿਹਾ ਵੀ ਉਹ ਈਰਖਾ ਦੀ ਅੱਗ ਵਿੱਚ ਸੜ ਕੇ ਇਹੋ ਜਿਹੇ ਬਚਨ ਜਿਹੜੇ ਨਾ ਕਰਦਾ ਪਿਆ ਹੈ ਪ੍ਰਿਥੀ ਚੰਦ। ਬਸਹਿ ਗੁਰੂ ਕੋ ਧਾਮ ਇਹ ਉਜਰੇ ਜਗ ਫਿਰਹਾਂਗੇ। ਮਹਾਰਾਜ ਦੀ ਦਾਸੀ ਕਹਿਣ ਲੱਗੀ ਗੁਰੂ ਘਰ ਵਸੇਗਾ ਤੇ ਹਮੇਸ਼ਾ ਵਸਦਾ ਰਹੇਗਾ, ਇਹੋ ਹੀ ਈਰਖਾ ਕਰਨ ਵਾਲੇ ਉਜੜ ਜਾਣਗੇ। ਸੁਤ ਜਨਮ ਅਬਿਰਾਮ ਜਿਸ ਹੇਰਤ ਡਰਿਪ ਡਰਹਾਂਗੇ। ਕਿਉਂਕਿ ਗੁਰੂ ਮਹਾਰਾਜ ਦੇ ਘਰ ਵਿੱਚ ਸੁੰਦਰ ਪੁੱਤਰ ਪੈਦਾ ਹੋਵੇਗਾ ਜਿਸ ਤੋਂ ਦੁਸ਼ਮਣ ਡਰਨਗੇ। ਮਿਲਦਾਸੀ ਇਮ ਦੋਏ ਨਿਜ ਨਿਜ ਪਖ ਕੀ ਬਾਤ ਕਰ। ਦੋਵੇਂ ਦਾਸੀਆਂ ਪ੍ਰਿਥੀ ਚੰਦ ਦੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਆਪਸ ਵਿੱਚ ਆਪਣੇ ਆਪਣੇ ਮਾਲਕ ਦੀ ਵਡਿਆਈ ਕਰਦੀਆਂ ਨੇ, ਬਹਿਸ ਕਰਦੀਆਂ ਨੇ, ਆਪਣਾ ਆਪਣਾ ਪੱਖ ਰੱਖਦੀਆਂ ਨੇ। ਪ੍ਰਿਥੀ ਚੰਦ ਦੀ ਜਿਹੜੀ ਦਾਸੀ ਹੈ ਉਹਨਾਂ ਦਾ ਪੱਖ ਰੱਖਦੀ ਹੈ, ਜਿਹੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਵਿੱਚ ਸੇਵਾ ਕਰਨ ਵਾਲੀ ਸੇਵਾਦਾਰਨੀ ਉਹ ਗੁਰੂ ਘਰ ਦਾ ਪੱਖ ਰੱਖਦੀ ਹੈ। ਆਪਣੇ ਮੰਦਰ ਸੋਏ ਗਮਣੇ ਚਿੰਤਾ ਹਿਰਦਾ ਧਾਰ। ਇਸ ਤਰ੍ਹਾਂ ਦੋਵੇਂ ਹੀ ਆਪਣੇ ਆਪਣੇ ਘਰਾਂ ਦੇ ਅੰਦਰ ਚਲੀਆਂ ਗਈਆਂ। ਰਾਤ ਨੂੰ ਚਿੰਤਾ ਦੇ ਵਿੱਚ ਗੁਰੂ ਘਰ ਦੀ ਦਾਸੀ ਜਿਹੜੀ ਹੈ ਉਸਨੇ ਬਤੀਤ ਕੀਤੀ। ਗੁਰ ਅਰਜਨ ਕੀ ਧਾਮ ਆਨ ਸੁਨਾਏ ਤਰਕ ਜੋਤ। ਕਹਿੰਦੇ ਨੇ ਸਾਰੀ ਗੱਲ ਦਾਸੀ ਨੇ ਸਵੇਰੇ ਆ ਕੇ ਮਾਤਾ ਗੰਗਾ ਜੀ ਨੂੰ ਸੁਣਾ ਦਿੱਤੀ। ਇਮ ਪ੍ਰਿਥੀਏ ਕੀ ਬਾਮ ਬੁਰਾ ਚਿਤੈ ਕਿਮ ਹੋਵੈ ਨ ਸੁਤ। ਆਖਿਆ ਪ੍ਰਿਥੀ ਚੰਦ ਦੀ ਬਾਮ ਔਰਤ ਜਿਹੜੀ ਕਰਮੋਂ ਹੈ ਉਹ ਬੜਾ ਬੁਰਾ ਚਿਤਵ ਰਹੀ ਹੈ,
ਤੇ ਆਖਦੀ ਇਹਨਾਂ ਦੇ ਘਰ ਪੁੱਤਰ ਨਹੀਂ ਹੋਣਾ। ਸਗਰੋ ਸੁਨਿਓ ਪ੍ਰਸੰਗ ਤਿਨ ਕੀ ਦਾਸੀ ਨੇ ਪਣਿਓ। ਜੋ ਪ੍ਰਸੰਗ ਪ੍ਰਿਥੀ ਚੰਦ ਤੇ ਕਰਮੋਂ ਦੇ ਵਿੱਚ ਹੋਇਆ ਉਹਨਾਂ ਦੀ ਦਾਸੀ ਨੇ ਸੁਣਿਆ ਤੇ ਉਹਨੇ ਮੈਨੂੰ ਸੁਣਾਇਆ। ਤੇ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾਸੀ ਨੇ ਪ੍ਰਸੰਗ ਸੁਣਿਆ ਉਹ ਸਾਰਾ ਮਾਤਾ ਗੰਗਾ ਜੀ ਨੂੰ ਸੁਣਾ ਦਿੱਤਾ। ਪਰੀ ਹਰਖ ਕੇ ਸੰਗ ਮੈਂ ਦੁਖ ਪਾਵਤ ਸਿਰ ਤੁਣਿਓ। ਆਖਿਆ ਮਾਤਾ ਜੀ ਉਹਨਾਂ ਦੀ ਦਾਸੀ ਬੜੀ ਖੁਸ਼ ਸੀ ਤੇ ਮੈਂ ਬਹੁਤ ਦੁਖੀ ਹੋਈ ਇਹ ਸਾਰਾ ਕੁਝ ਸੁਣ ਕੇ। ਕਬਿਤ ਸੁਣਿਓ ਸ੍ਰੋਣ ਗੰਗ ਤਾਤ ਕਾਲ ਚਿਤ ਭਈ ਭੰਗ। ਕਹਿੰਦੇ ਨੇ ਜਦੋਂ ਮਾਤਾ ਗੰਗਾ ਜੀ ਨੇ ਇਹ ਕੁਝ ਬਚਨ ਦਾਸੀ ਦੇ ਕੋਲੋਂ ਸੁਣੇ ਤੇ ਕੁਦਰਤੀ ਤੌਰ ਤੇ ਥੋੜੀ ਦੇਰ ਵਾਸਤੇ ਚਿੱਤ ਜਿਹੜਾ ਸੀ ਭੰਗ ਭਾਵ ਜਿਹੜਾ ਸੀ ਥੋੜਾ ਉਦਾਸ ਹੋਇਆ। ਲੇਤ ਸਵਾਸ ਦੁਖ ਸੰਗ ਸੋਚਨ ਕੋ ਸੋਚਤੀ। ਇਸ ਤਰ੍ਹਾਂ ਸੋਚਣਾ ਆਰੰਭ ਕਰ ਦਿੱਤਾ ਮਾਤਾ ਗੰਗਾ ਜੀ ਨੇ। ਨੰਦ ਕੋ ਬਿਲੰਦ ਹੈ ਆਨੰਦ ਹੋਤ ਬ੍ਰਿੰਦ ਬੀਚ। ਆਖਿਆ ਪੁੱਤਰ ਘਰ ਵਿੱਚ ਹੋਵੇ ਤੇ ਪੁੱਤਰ ਨੂੰ ਵੇਖ ਕੇ ਬਹੁਤ ਆਨੰਦ ਮਨ ਵਿੱਚ ਹੁੰਦਾ ਹੈ। ਨੰਦਹੀਨ ਮੈਂ ਹੋ ਕਹੈ ਆਸਵਨ ਕੋ ਮੋਚਤੀ। ਕਹਿੰਦੇ ਨੇ ਪੁੱਤਰਹੀਨ ਜਿਹੜੀ ਹੈ ਉਹ ਆਪਣੇ ਆਪ ਨੂੰ ਸਮਝ ਕੇ ਆਪਣੀਆਂ ਅੱਖਾਂ ਦੇ ਵਿੱਚੋਂ ਮਾਤਾ ਜੀ ਜਲ ਬਹਾ ਰਹੇ ਨੇ। ਹਮਾਰੇ ਸ਼ਰੀਕ ਨਿਤ ਮ੍ਰਿਤੂ ਕੀਓ ਡੀਕ ਕਰ। ਆਖਿਆ ਸਾਡੇ ਸ਼ਰੀਕ ਜਿਹੜੇ ਹਨ ਪਾਪ ਪ੍ਰਿਥੀ ਚੰਦ ਉਹ ਕੇਵਲ ਤੇ ਕੇਵਲ ਸਾਡੀ ਮੌਤ ਦੀ ਉਡੀਕ ਕਰ ਰਹੇ ਨੇ। ਤਾਂ ਕੀਤੀਏ ਸਗਰੇ ਪਦਾਰਥ ਕੋ ਲੋਚਤੇ। ਕਿਉਂਕਿ ਉਹਨਾਂ ਦੀ ਨਿਗਾਹ ਕੇਵਲ ਤੇ ਕੇਵਲ ਪਦਾਰਥਾਂ ਦੇ ਉੱਤੇ ਹੈ। ਸਾਧ ਸੰਗਤ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਸਿੰਘਾਂ ਮਸੰਦ ਜਿਹੜਾ ਹੈ ਨਾ ਸਾਧ ਸੰਗਤ ਧੀਰ ਮਲ ਦੇ ਕਹਿਣ ਉੱਤੇ ਗੁਰੂ ਮਹਾਰਾਜ ਉੱਤੇ ਗੋਲੀ ਚਲਾ ਕੇ ਸਭ ਕੁਝ ਲੈ ਗਿਆ ਸੀ ਨਾ ਤੇ ਗੁਰੂ ਮਹਾਰਾਜ ਨੇ ਇੱਕੋ ਹੀ ਗੱਲ ਕਹੀ ਸੀ ਕਿ ਅਸੀਂ ਕੋਈ ਦੁਕਾਨ ਨਹੀਂ ਪਾਈ ਹੋਈ ਕੇਵਲ ਤੇ ਕੇਵਲ ਲਾਭ ਲੈਣ ਵਾਸਤੇ। ਕਿਉਂਕਿ ਜਿਨ੍ਹਾਂ ਦੀ ਨਿਗਾਹ ਕੇਵਲ ਤੇ ਕੇਵਲ ਲਾਭ ਪ੍ਰਾਪਤ ਕਰਨ ਵਾਸਤੇ ਹੋਵੇ ਧਿਆਨ ਦੇਵਿਓ ਉਹ ਦੂਜਿਆਂ ਦੇ ਬਾਰੇ ਐਸਾ ਕੁਝ ਸੋਚਦੇ ਹਨ। ਇੱਥੇ ਮਹਾਰਾਜ ਦੇ ਘਰ ਬਾਰੇ ਜੋ ਕੁਝ ਪ੍ਰਿਥੀ ਚੰਦ ਸੋਚਦਾ ਪਿਆ ਹੈ ਮਾਤਾ ਗੰਗਾ ਜੀ ਕਹਿੰਦੇ ਨੇ ਇਹਨਾਂ ਦੀ ਨਿਗਾਹ ਪਦਾਰਥਾਂ ਦੇ ਉੱਤੇ ਹੀ ਹੈ। ਇਹ ਸਾਡੀ ਮੌਤ ਦੀ ਉਡੀਕ ਕਰ ਰਹੇ ਨੇ। ਐਸਾ ਖਿਆਲ ਬਾਰ-ਬਾਰ ਮਨ ਦੇ ਅੰਦਰ ਆ ਰਿਹਾ ਹੈ ਦਾਸੀ ਦੇ ਬਚਨ ਸੁਣ ਕੇ। ਐਸੇ ਮਨ ਗਿਣਤੀ ਗਿਣਤ ਬੀਤੇ ਨਿਸ ਦਿਨ। ਇਸ ਤਰ੍ਹਾਂ ਗਿਣਤੀਆਂ ਗਿਣਦਿਆਂ ਦਿਨ ਰਾਤ ਬਤੀਤ ਹੋ ਗਏ। ਨੀਕੋ ਖਾਣ ਪਾਨ ਚੀਰ ਭੂਖਨ ਨ ਰੋਚਤੀ। ਕਿਉਂਕਿ ਖਾਣਾ ਪੀਣਾ ਵੀ ਚੰਗਾ ਨਹੀਂ ਲੱਗਦਾ ਭੂਖਨ ਬਸਤਰ ਵੀ ਚੰਗੇ ਪਾਰੇ ਸਰੀਰ ਤੇ ਨਹੀਂ ਲੱਗਦੇ। ਸਮੈ ਪਾਏ ਸਤਿਗੁਰੂ ਆਏ ਨਿਜ ਮੰਦਰ ਮੈਂ। ਹਾਂ ਇੱਕ ਦਿਨ ਸਮਾਂ ਪਾ ਕੇ ਜਦੋਂ ਗੁਰੂ ਅਰਜਨ ਦੇਵ ਜੀ ਘਰ ਦੇ ਅੰਦਰ ਆਏ ਸੁੰਦਰ ਪਰਿਅੰਕ ਮੈਂ ਬਿਰਾਜੇ ਮਨ ਸ਼ਾਂਤ ਹੈ। ਜਦੋਂ ਸਤਿਗੁਰੂ ਮਹਾਰਾਜ ਪਲੰਗ ਤੇ ਬਿਰਾਜਮਾਨ ਹੋ ਗਏ ਗੰਗਾ ਉਠੀ ਹੀਰ ਕਰ ਹਾਥ ਜੋਰ ਨੀਰ ਕਰ। ਜਦੋਂ ਮਾਤਾ ਗੰਗਾ ਜੀ ਨੇ ਸਤਿਗੁਰੂ ਮਹਾਰਾਜ ਨੂੰ ਵੇਖਿਆ ਤੇ ਉੱਠ ਗਈ ਆਪਣੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ। ਖਰੀ ਹੋਏ ਬੇਨਤੀ ਸੁਨਾਏ ਹਿਤ ਤਾਤ ਹੈ। ਇਸ ਤਰ੍ਹਾਂ ਮਾਤਾ ਜੀ ਨੇ ਬੇਨਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਕੀਤੀ। ਕਰਬੋ ਗ੍ਰਸਤ ਸੁਠ ਸਦਨ ਸਮਾਨ ਜਾਨੋ। ਆਖਿਆ ਘਰ ਦੇ ਵਿੱਚ ਪੁੱਤਰ ਹੈ ਤੇ ਘਰ ਸੁੰਦਰ ਹੈ। ਉਪਜੈ ਸਪੂਤ ਇਹ ਦੀਪਕ ਕੀ ਭਾਂਤ ਹੈ। ਜੇ ਪੁੱਤਰ ਘਰ ਦੇ ਵਿੱਚ ਜਨਮ ਲੈ ਲਵੇ ਤੇ ਇਹ ਦੀਪਕ ਦੀ ਨਿਆਈ ਹੈ ਭਾਵ ਘਰ ਦੇ ਅੰਦਰ ਹਨੇਰਾ ਦੂਰ ਹੋ ਜਾਂਦਾ ਪ੍ਰਕਾਸ਼ ਹੋ ਜਾਂਦਾ ਹੈ। ਨਾਹੇ ਤਾਂ ਅੰਧੇਰ ਹੋਤ ਦੁਖ ਕੋ ਉਦੋਤ ਨਿਤ। ਕਿਉਂਕਿ ਜੇ ਪੁੱਤਰ ਘਰ ਵਿੱਚ ਨਹੀਂ ਤੇ ਮਹਾਰਾਜ ਦੇ ਅੱਗੇ ਬੇਨਤੀ ਕਰ ਰਹੇ ਨੇ ਕਿ ਕੇਵਲ ਤੇ ਕੇਵਲ ਅੰਧੇਰਾ ਹੈ ਦੁੱਖ ਹੀ ਦੁੱਖ ਜਿਹੜਾ ਪ੍ਰਗਟ ਹੁੰਦਾ ਹੈ। ਲੋਕ ਪਰ ਲੋਕ ਮੈਂ ਨ ਸੋਭਾ ਉਪਜਾਤ ਹੈ। ਲੋਕ ਪਰ ਲੋਕ ਵਿੱਚ ਵੀ ਸੋਭਾ ਨਹੀਂ ਹੁੰਦੀ। ਆਪ ਸਰ ਬਗ ਕਿਆ ਮੈਂ ਕਹੂੰ ਅਲ ਪਗ ਮਨ। ਆਖਿਆ ਸਤਿਗੁਰੂ ਆਪ ਜੀ ਸਰਬੱਗ ਹੋ ਤੇ ਮੈਂ ਅਲਪਗ ਹਾਂ। ਤਉ ਜਾਣਦੇ ਆਪ ਸਭ ਕੁਝ ਹੋ। ਤਉ ਨਿਜ ਦੁਖ ਕੋ ਸੁਨਾਓ ਮਹਾਦੀਨ ਹੋਏ। ਆਖਿਆ ਮੈਂ ਆਪਣਾ ਦੁੱਖ ਮਾਂ ਦੀਨ ਮਾਂ ਦੁਖੀ ਹੋ ਕੇ ਆਪ ਜੀ ਦੇ ਅੱਗੇ ਸੁਣਾ ਰਹੀ ਹਾਂ। ਰਾਵਰੇ ਸਹੋਦਰ ਮੈਂ ਆਪਣੇ ਕਸ਼ੋਦਰੇ ਸੋ ਭਣਿਓ ਜੇਮਾ। ਸਾਧ ਸੰਗਤ ਮਾਤਾ ਜੀ ਨੇ ਹੁਣ ਜਿਸ ਢੰਗ ਦੇ ਨਾਲ ਪ੍ਰਿਥੀ ਚੰਦ ਤੇ ਕਰਮੋਂ ਦੀ ਵਾਰਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੁਣਾਈ ਤੇ ਜਿਸ ਤਰ੍ਹਾਂ ਸਲਾਹ ਮਸ਼ਵਰਾ ਮਾਤਾ ਜੀ ਨੂੰ ਸਮਝਾਇਆ ਕਿ ਬਾਬਾ ਬੁੱਢਾ ਜੀ ਦੇ ਕੋਲ ਜਾਓ। ਜਿਵੇਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੇ ਕੋਲ ਬੀੜ ਸਾਹਿਬ ਗਏ
ਤੇ ਜਿਵੇਂ ਪੁੱਤਰ ਦੀ ਦਾਤ ਦੀ ਮੰਗ ਕੀਤੀ। ਬੇਸ਼ੱਕ ਸਤਿਗੁਰੂ ਆਪ ਪੁੱਤਰਾਂ ਦੇ ਦਾਨੀ ਹਨ, ਪਰ ਆਪਣੇ ਸੇਵਕ ਨੂੰ ਮਾਨ ਤੇ ਵਡਿਆਈ ਜਿਵੇਂ ਸਤਿਗੁਰਾਂ ਨੇ ਦਿੱਤੀ। ਤੇ ਬਾਬਾ ਬੁੱਢਾ ਜੀ ਨੇ ਵੀ ਅਰਦਾਸ ਕਰਨ ਲੱਗਿਆ, ਕੇਵਲ ਤੇ ਕੇਵਲ ਸਾਧ ਸੰਗਤ ਇਹੋ ਹੀ ਅਰਦਾਸ ਕੀਤੀ ਸੀ ਕਿ ਸਤਿਗੁਰੂ ਕਰਨ ਵਾਲੇ ਆਪ ਸਭ ਕੁਝ ਹੋ, ਕੇਵਲ ਤੇ ਕੇਵਲ ਬਹਾਨਾ ਅਰਦਾਸ ਦਾ ਮੈਨੂੰ ਤੁਸੀਂ ਬਣਾਇਆ। ਅਰਦਾਸ ਤੁਹਾਡੇ ਚਰਨਾਂ ਦੇ ਕੋਲ ਆਪ ਪੂਰੀ ਕਰਿਓ ਜਿਵੇਂ ਸਤਿਗੁਰੂ ਮਹਾਰਾਜ ਨੇ ਭੇਜਿਆ। ਤੇ ਮਾਤਾ ਗੰਗਾ ਜੀ ਗਏ। ਇਹ ਪ੍ਰਸੰਗ ਸਾਧ ਸੰਗਤ ਆਉਣ ਵਾਲੇ ਸਮੇਂ ਦੇ ਅੰਦਰ ਕੱਲ੍ਹ ਨੂੰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਹੋਰੀ ਆਪ ਜੀ ਨੂੰ ਸਰਵਨ ਕਰਾਉਣਗੇ, ਕਿਉਂਕਿ 4 ਤਰੀਕ ਨੂੰ ਗਿਆਨੀ ਅਮਰਜੀਤ ਸਿੰਘ ਹੋਰਾਂ ਨੇ ਕਰਨੀ ਅਤੇ 5 ਤਰੀਕ ਨੂੰ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਹੋਰੀ ਕਰਨਗੇ। ਇਹ ਬੇਨਤੀ ਹੈ ਸਾਧ ਸੰਗਤ, ਆਪ ਸੰਗਤਾਂ ਨੇ ਇਸੇ ਤਰ੍ਹਾਂ, ਕਿਉਂਕਿ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਆ ਮਹਾਂਮਾਰੀ ਤੋਂ ਜਿਹੜਾ ਹੈ ਥੋੜ੍ਹਾ ਜਿਹਾ ਵੇਲ ਮਿਲਿਆ, ਛੁਟਕਾਰਾ ਮਿਲਿਆ, ਨਹੀਂ ਤਾਂ ਬਹੁਤ ਸਾਰੇ ਗੁਰਪੁਰਬ ਜਿਹੜੇ ਨੇ ਉਹ ਪਹਿਲਾਂ ਲੰਘ ਗਏ ਨੇ। ਮਹਾਰਾਜ ਨੇ ਕਿਰਪਾ ਕੀਤੀ, ਦੁਬਾਰਾ ਫਿਰ ਰੌਣਕਾਂ ਬਣੀਆਂ ਨੇ, ਅਤੇ ਸਤਿਗੁਰੂ ਕਿਰਪਾ ਕਰਨ। ਇਸੇ ਤਰ੍ਹਾਂ ਆਪ ਜੀ ਆਓ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਬੋ ਗ੍ਰਹਿਸਤ ਸੁਠ ਸਦਨ ਸਮਾਨ ਜਾਨੋ, ਉਪਜੈ ਸਪੂਤ ਇਹ ਦੀਪਕ ਕੀ ਭਾਂਤ ਹੈ। ਨਾਹੇ ਤਾਂ ਅੰਧੇਰ ਹੋਤ ਦੁਖ ਕੋ ਉਦੋਤ ਨਿਤ, ਲੋਕ ਪਰ ਲੋਕ ਮੈਂ ਨ ਸੋਭਾ ਉਪਜਾਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।